ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਪਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ, ਅਤੁੱਤ ਕ੍ਰਿਸ਼ਟ ਸਤਿਗੁਰੂ ਦੀਨਾ ਬੰਧੂ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੀ ਪਾਵਨ ਪਵਿੱਤਰ ਕਥਾ ਬਹੁਤ ਹੀ ਅਦਬ ਪਿਆਰ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਦਇਆਨਿਧ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸਰਬੱਤ ਸਿੱਖਾਂ ਸੰਗਤਾਂ ਸਮੇਤ ਚਲਦਿਆਂ ਚਲਦਿਆਂ ਰਸਤੇ ਵਿੱਚ ਤੀਰਥਾਂ ਦਾ ਇਤਿਹਾਸ ਗੁਰੂ ਕੇ ਸਿੱਖਾਂ ਨੂੰ ਸੁਣਾਉਂਦਿਆਂ ਜਮਨਾ ਜੈਸੀਆਂ ਨਦੀਆਂ ਨੂੰ ਪਵਿੱਤਰ ਕਰਕੇ ਹਰਿਦੁਆਰ ਕਨਖਲ ਆਣ ਉਤਰੇ ਨੇ ਗੰਗਾ ਦੇ ਕੰਢੇ ਤੇ। ਇੱਥੇ ਬਹੁਤ ਸਾਰੇ ਬ੍ਰਾਹਮਣ, ਸੰਨਿਆਸੀ, ਵੈਰਾਗੀ, ਦਿਗੰਬਰ, ਜੋਗੀ ਸਤਿਗੁਰਾਂ ਦੀ ਆਮਦ ਸੁਣ ਕੇ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਏ ਹਨ। ਪਾਤਸ਼ਾਹ ਜੀ ਦੇ ਨਾਲ ਸ਼ਬਦ ਚਰਚਾ ਕੀਤੀ ਹੈ। ਜੋ ਜੋ ਸਵਾਲ ਇਹਨਾਂ ਨੇ ਕੀਤੇ ਨੇ, ਸਾਰੇ ਸਵਾਲਾਂ ਦੇ ਜਵਾਬ ਧੰਨ ਗੁਰੂ ਅਮਰਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੇ ਹਨ। ਯਥਾਯੋਗ ਸਾਰਿਆਂ ਨੂੰ ਆਪਣੇ ਸੰਸਿਆਂ ਦੀ ਨਿਵਰਤੀ ਗੁਰੂ ਸਾਹਿਬ ਕੋਲੋਂ ਪ੍ਰਾਪਤ ਹੋਈ ਔਰ ਸਤਿਗੁਰਾਂ ਦੇ ਬਚਨ ਸੁਣ ਕੇ ਸਭ ਦੇ ਮਨ ਸੰਤੁਸ਼ਟ ਹੋਏ ਹਨ। ਇੱਥੇ ਹੀ ਗੰਗਾ ਨੇ ਪ੍ਰਗਟ ਹੋ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਚਰਨ ਪਰਸੇ ਔਰ ਦੇਵ ਨਦੀ ਗੰਗਾ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਪਾਤਸ਼ਾਹ ਆਪ ਜੀ ਦੇ ਅੰਦਰ ਪਰਮੇਸ਼ਰ ਦੀ ਅਕਾਲ ਪੁਰਖ ਦੀ ਜੋਤ ਆਣ ਵਿਰਾਜੀ ਹੈ ਤੇ ਆਪ ਜੀ ਮੈਨੂੰ ਕਿਰਤਾਰਥ ਕਰਨ ਵਾਸਤੇ, ਮੇਰੇ ਪਾਪਾਂ ਦੀ ਮੈਲ ਨੂੰ ਨਿਵਰਤ ਕਰਨ ਵਾਸਤੇ ਮੇਰੇ ਕੋਲ ਆਣ ਉਤਰੇ ਹੋ। ਇਸ ਕਰਕੇ ਮੈਂ ਆਪ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਕਰਦੀ ਹਾਂ, ਕਿਉਂਕਿ ਪਾਪ ਕਰਮ ਕਰਨ ਵਾਲੇ ਪਾਪੀ ਲੋਕਾਂ ਦੇ ਪਾਪਾਂ ਕਰਕੇ ਮੈਂ ਇਹੋ ਜਿਹੀ ਮਲੀਨ ਹੋ ਚੁੱਕੀ ਹਾਂ ਕਿ ਹੁਣ ਉਹਨਾਂ ਪਾਪੀਆਂ ਦੇ ਪਾਪ ਮੇਰੇ ਕੋਲੋਂ ਝੱਲੇ ਨਹੀਂ ਸਨ ਜਾ ਰਹੇ। ਆਪ ਜੀ ਹੁਣ ਕਿਰਪਾ ਕਰੋਗੇ, ਮੇਰੇ ਵਿੱਚ ਚਰਨ ਪਾ ਕੇ ਮੇਰੇ ਪਾਪ ਨਿਵਰਤ ਕਰੋਗੇ। ਤੋ ਗੰਗਾ ਵਿੱਚ ਸਤਿਗੁਰਾਂ ਨੇ ਆਪਣੇ ਚਰਨ ਪਾਏ, ਉੱਥੇ ਇਸ਼ਨਾਨ ਕੀਤਾ। ਕੁਝ ਦਿਨ ਸਤਿਗੁਰੂ ਜੀ ਇੱਥੇ ਹੀ ਠਹਿਰੇ ਹਨ। ਆਲੇ ਦੁਆਲੇ ਬੇਅੰਤ ਸੰਗਤਾਂ ਜਿਨ੍ਹਾਂ ਜਿਨ੍ਹਾਂ ਨੂੰ ਖਬਰ ਹੋਈ ਸਭ ਆ ਕੇ ਸਤਿਗੁਰਾਂ ਨੂੰ ਮਿਲੇ। ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਾਰਿਆਂ ਦੇ ਮਨ ਠੰਡੇ ਤੇ ਸ਼ੀਤਲ ਹੋਏ ਨੇ। ਕੁਝ ਦਿਨ ਇੱਥੇ ਨਿਵਾਸ ਕਰਕੇ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਾਪਸ ਪਿਛਾਂਹ ਨੂੰ ਚਾਲੇ ਮਾਰਨ ਦੀ ਤਿਆਰੀ ਕੀਤੀ ਕਿ ਹੁਣ ਵਾਪਸ ਸ੍ਰੀ ਗੋਇੰਦਵਾਲ ਸਾਹਿਬ ਚੱਲੀਏ। ਤੋ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਿਵੇਂ ਗੰਗਾ ਦੇ ਤੀਰਥ ਤੋਂ ਗੰਗਾ ਨੂੰ ਪਵਿੱਤਰ ਕਰਦਿਆਂ ਹੋਇਆਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਵਾਪਸ ਮੁੜੇ ਨੇ ਤੇ ਰਸਤੇ ਵਿੱਚ ਜੋ ਕੌਤਕ ਸਤਿਗੁਰਾਂ ਨੇ ਵਰਤਾਏ ਹਨ ਉਹ ਕਥਾ ਕਵੀ ਰਾਜ ਮਹਾਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਅੱਜ ਦੇ ਪ੍ਰਕਰਣ ਵਿੱਚ ਲਿਖ ਰਹੇ ਨੇ। ਮਨ ਬਿਰਤੀਆਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ। ਇਕਾਗਰ ਚਿਤ ਹੋਣ ਵਾਸਤੇ ਸਮੂਹ ਮਾਈ ਭਾਈ ਆਖੀਏ ਜੀ ਸਤਨਾਮ। ਸ਼੍ਰੀ ਵਾਹਿਗੁਰੂ
ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਕ੍ਰਮ ਕ੍ਰਮ ਪੰਥ ਉਲੰਘ ਕਰ ਤਿਸੀ ਗ੍ਰਾਮ ਕੋ ਆਏ। ਕ੍ਰਮ ਦਾ ਮਤਲਬ ਹੈ ਸਹਿਜੇ ਸਹਿਜੇ ਰਸਤੇ ਵਿੱਚ ਉਤਾਰੇ ਕਰਦਿਆਂ ਹੋਇਆ, ਕਿਉਂਕਿ ਨਾਲ ਸਾਥੀ ਸੰਗਤ ਬਹੁਤ ਹੈ ਤੋ ਇੱਕੋ ਦਿਨ 'ਚ ਲੰਮੀ ਮੰਜ਼ਲ ਨਹੀਂ ਮਾਰ ਸਕਦੇ, ਲੰਮਾ ਪੈਂਡਾ ਤੈਅ ਨਹੀਂ ਕਰ ਸਕਦੇ। ਇਸ ਕਰਕੇ ਸਹਿਜੇ ਸਹਿਜੇ ਰਸਤੇ ਵਿੱਚ ਜਿੱਥੇ ਕਿਤੇ ਥਾਂ ਮਿਲਦੀ ਹੈ, ਸਤਿਗੁਰੂ ਜੀ ਪੜਾਅ ਕਰਦਿਆਂ ਕਰਦਿਆਂ ਉਸ ਪਿੰਡ ਵਿੱਚ ਆਏ ਹਨ। ਪਦਮ ਪਛਾਨਿਓ ਬਿਪਰਜੇ ਗੁਰਤਾ ਜਬ ਨੈ ਪਾਏ। ਉਸ ਪਿੰਡ 'ਚ ਸਤਿਗੁਰੂ ਜੀ ਆਏ ਨੇ ਜਿੱਥੇ ਇੱਕ ਬ੍ਰਾਹਮਣ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦਾ ਪਦਮ ਵੇਖ ਕੇ ਪਛਾਣ ਕੀਤੀ ਸੀ ਕਿ ਇਹ ਕੋਈ ਚੱਕਰਵਰਤੀ ਰਾਜੇ ਨੇ ਜਾਂ ਫਿਰ ਕਿਸੇ ਧਰਮ ਦੇ ਗੁਰੂ ਨੇ ਜਾਂ ਕੋਈ ਅਵਤਾਰੀ ਪੁਰਖ ਨੇ। ਉਹ ਪਿੰਡ ਦੇ ਵਿੱਚ ਸਤਿਗੁਰੂ ਜੀ ਆਏ ਜਦੋਂ ਗੁਰੂ ਨਹੀਂ ਸਨ ਬਣੇ। ਉਹ ਕਥਾ ਆਪ ਜੀ ਨੇ ਪਿੱਛੇ ਸਰਵਣ ਕੀਤੀ ਹੈ ਕਿ ਜਿਸ ਵੇਲੇ ਸਤਿਗੁਰਾਂ ਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ ਸੀ ਹੋਈ, ਉਦੋਂ ਵੀ ਗੰਗਾ ਦੀ ਯਾਤਰਾ ਨੂੰ ਆਉਂਦੇ ਸੀ। ਤੇ ਇਸ ਪਿੰਡ ਦਾ ਨਾਂ ਹੈ ਮੇੜਾ। ਮੇੜੇ ਪਿੰਡ ਵਿੱਚ ਸਤਿਗੁਰੂ ਜੀ ਆਣ ਉਤਰੇ ਨੇ। ਉੱਥੇ ਹੀ ਕੁਝ ਦੂਰੀ ਤੇ ਆਣ ਕੇ ਡੇਰਾ ਕੀਤਾ ਜਿੱਥੇ ਉਹ ਪੰਡਤ ਦੁਰਗਾ ਰਹਿੰਦਾ ਸੀ, ਜਿਹਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਪਦਮ ਦੀ ਪਛਾਣ ਕੀਤੀ ਸੀ। ਡੇਰਾ ਵੈਰ ਕੀਨ ਗੁਰਤਾ ਸੰਗਤ ਸੰਗ ਪੀਰ ਨਰਮਾ। ਇਸੇ ਨਗਰ ਦੇ ਬਾਰ-ਬਾਰ ਮੇੜੇ ਪਿੰਡ ਤੋਂ ਕੁਝ ਦੂਰੀ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਹੈ। ਸਤਿਗੁਰਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹੈ, ਸੈਂਕੜਿਆਂ ਦੀ ਗਿਣਤੀ ਵਿੱਚ ਬਹੁਤ ਸਾਰੇ ਗੁਰਸਿੱਖ ਉਹਨਾਂ ਨੇ ਸਤਿਗੁਰਾਂ ਦੇ ਸਮੇਤ ਇੱਥੇ ਡੇਰਾ ਕੀਤਾ ਹੈ। ਜੈ ਜੈਕਾਰ ਕਰਤ ਦਰਸ਼ਨ ਤੇ ਜੈ ਕੈ ਕੀਰਤ ਮੈਤ ਕਰਨ ਤੇ। ਕਿੱਥੇ ਕਿੱਥੇ ਸਤਿਗੁਰਾਂ ਦੀ ਜੈ ਜੈਕਾਰ ਕਰ ਰਹੇ ਨੇ, ਸਤਿਗੁਰਾਂ ਦੀ ਜੈ ਜੈਕਾਰ ਹੋ ਰਹੀ ਹੈ। ਹਰ ਪਾਸੇ ਮਹਾਰਾਜ ਜੀ ਦਾ ਸੁਜਸ ਹੈ, ਸਤਿਗੁਰਾਂ ਦੀ ਉਪਮਾ ਹੈ, ਸਭ ਪਾਸੇ ਜੈ ਜੈਕਾਰ ਹੋ ਰਹੀ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਰ ਜਗ੍ਹਾ ਤੇ ਕੀਰਤੀ ਪ੍ਰਗਟ ਹੋ ਰਹੀ। ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਏਦਾਂ ਸਤਿਗੁਰਾਂ ਦਾ ਨਾਂ ਲੈਂਦੇ ਨੇ, ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਦੇ ਹਨ। ਦੁਰਗਾ ਬਿਪਰੇਰ ਨਰ ਪੀਰ ਬੂਝਤ ਭਇਓ ਏਕ ਕੇ ਤੀਰ। ਉੱਥੇ ਹੀ ਉਹ ਦੁਰਗਾ ਪੰਡਤ ਸੀ ਜਿਹਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਪਹਿਲਾਂ ਜਦੋਂ ਸਤਿਗੁਰੂ ਆਏ ਸੀ ਉਦੋਂ ਇਹਨੇ ਪਦਮ ਪਛਾਣਿਆ ਸੀ ਕਿ ਮਹਾਰਾਜ ਜੀ ਦੇ ਚਰਨਾਂ ਵਿੱਚ ਪਦਮ ਹੈ। ਇਹਨੇ ਬੜੇ ਧਿਆਨ ਨਾਲ ਪਦਮ ਵੇਖਿਆ ਸੀ ਤੇ ਸਤਿਗੁਰੂ ਜੀ ਇਹਨੂੰ ਭੇਟਾ ਦੇਣ ਲੱਗੇ ਤੇ ਇਹਨੇ ਆਖਿਆ ਸੀ, ਮਹਾਰਾਜ ਹਾਲੇ ਮੈਂ ਭੇਟਾ ਨਹੀਂ ਲੈਣੀ, ਜਦੋਂ ਤੁਸੀਂ ਕਿਸੇ ਪਦਵੀ ਤੇ ਪਹੁੰਚੋਗੇ ਮੈਨੂੰ ਯਾਦ ਰੱਖਿਓ ਜੇ, ਉਦੋਂ ਭੇਟਾ ਲਵਾਂਗਾ। ਦੁਰਗਾ ਪੰਡਤ ਇੱਥੇ ਬੈਠਾ, ਉਹਨੇ ਦੂਰ ਤੱਕ ਵੇਖਿਆ ਨਿਗਾਹ ਮਾਰ ਕੇ ਕਿ ਬੜੀ ਸੰਗਤ ਉਤਰੀ ਹੋਈ ਹੈ, ਬਹੁਤ ਸਾਰੇ ਲੋਕ ਉਤਰੇ ਹੋਏ ਨੇ। ਜਾਪਦਾ ਇਹਨਾਂ ਦੇ ਨਾਲ ਕੋਈ ਵੱਡਾ ਵਿਅਕਤੀ ਆ ਰਿਹਾ ਹੈ। ਕੋਈ ਵੱਡਾ ਵਿਅਕਤੀ ਨੇ, ਕਿਸੇ ਵੱਡੇ ਨੇ, ਪੀਰ ਨੇ ਜਾਂ ਕਿਸੇ ਗੁਰੂ ਨੇ, ਅਵਤਾਰ ਨੇ ਇਹਨਾਂ ਦੇ ਨਾਲ ਡੇਰਾ ਕੀਤਾ ਹੋਇਆ। ਤੇ ਬਹੁਤ ਸਾਰੀ ਸੰਗਤ ਦੁਰਗੇ ਪੰਡਤ ਨੇ ਵੇਖੀ ਤੇ ਵੇਖ ਕੇ ਇੱਕ ਸਿੱਖ ਨੂੰ ਆਪਣੇ ਕੋਲ ਸੱਦ ਕੇ ਦੁਰਗਾ ਪੰਡਤ ਪੁੱਛਣ ਲੱਗਾ, ਕਿਸ ਕੇ ਸਾਥ ਐ ਸਮੁਦਾਏ ਉਤਰਿਓ ਕੌਣ ਆਏ ਸਿਠਾਏ। ਇੱਕ ਸਿੱਖ ਨੂੰ ਸੱਦ ਕੇ ਦੁਰਗਾ ਪੰਡਤ ਪੁੱਛਣ ਲੱਗਾ, ਕਹਿਣ ਲੱਗਾ, ਮਹਾਰਾਜ ਕਿਰਪਾ ਕਰਕੇ ਦੱਸੋ ਵੀ ਇਹ ਜਿਹੜਾ ਸਾਰਾ ਸਮੁਦਾਇ ਸੰਗਤਾਂ ਦਾ ਆਇਆ, ਇਹ ਕਿਹਦੇ ਨਾਲ ਆਇਆ ਹੋਇਆ? ਇਹ ਇੰਨੀ ਸਾਰੀ ਸੰਗਤ ਹੈ, ਬਹੁਤ ਸਾਰੇ ਸਿੱਖ ਇੱਥੇ ਉਤਰੇ ਨੇ, ਇਹ ਕਿਹਦੇ ਨਾਲ ਆਏ ਹੋਏ ਨੇ ਤੇ ਇੱਥੇ ਕੌਣ ਉਤਰਿਆ ਹੋਇਆ, ਕਿਸ ਨੇ ਉਤਾਰਾ ਕੀਤਾ ਹੋਇਆ, ਉਹਨਾਂ ਦਾ ਕੀ ਨਾਂ ਹੈ? ਤਿਸਨੇ ਸਕਲ ਬਤਾਵਨ ਕੀਨਾ ਅਮਰਦਾਸ ਸ਼੍ਰੀ ਗੁਰੂ ਪਰਬੀਨਾ। ਜਦੋਂ ਦੁਰਗਾ ਪੰਡਤ ਨੇ ਇਹ ਗੱਲ ਪੁੱਛੀ ਸਿੱਖ ਦੇ ਕੋਲੋਂ ਤੇ ਸਿੱਖ ਨੇ ਉਸ ਵੇਲੇ ਜਵਾਬ ਦਿੱਤਾ, ਸਾਰੀ ਗੱਲ ਦੱਸੀ। ਕਹਿਣ ਲੱਗਾ, ਸਿੱਖ ਕੇ ਪੰਡਤ ਜੀ, ਇੱਥੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੀਸਰੀ ਥਾਂ ਦੇ ਉੱਤੇ ਬੈਠੇ ਹੋਏ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਆਏ ਹੋਏ ਨੇ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਇੱਥੇ ਉਤਰੇ ਹੋਏ ਨੇ। ਸ਼੍ਰੀ ਨਾਨਕ ਗਾਦੀ ਪਰ ਬੈਸਾ, ਹੋਤ ਸਫਲ ਮੁਕਤੇ ਕਹਿ ਜੈਸਾ। ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਆ ਕੇ ਬੈਠੇ ਨੇ। ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੀਸਰੇ ਮਾਲਕ ਨੇ। ਤੀਸਰੇ ਥਾਂ ਤੇ ਉਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਬੈਠੇ ਨੇ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹਨ, ਜਿਨ੍ਹਾਂ ਦੇ ਦਰਸ਼ਨ ਕਰਕੇ ਜੀਵਨ ਸਫਲ ਹੋ ਜਾਂਦਾ ਹੈ, ਜਿਨ੍ਹਾਂ ਦੇ ਦਰਸ਼ਨ ਕਰਕੇ ਜ਼ਿੰਦਗੀ ਧਨ ਹੋ ਜਾਂਦੀ ਹੈ। ਐਸੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਆਣ ਕੇ ਉਤਾਰਾ ਕੀਤਾ ਹੋਇਆ ਹੈ। ਉਹ ਇਸ ਵੇਲੇ ਇੱਥੇ ਉਤਰੇ ਹੋਏ ਨੇ। ਹੋਤ ਸਫਲ ਮੁਕਤੇ ਕਹਿ ਜੈਸਾ, ਤੇ ਉਹ ਆਪਣੇ ਮੁਖੋਂ ਜੋ ਕਹਿ ਦਿੰਦੇ ਨੇ ਸਫਲ ਹੋ ਜਾਂਦਾ। ਐਸੇ ਨੇ ਸਤਿਗੁਰੂ ਜੀ ਕਿ ਜੋ ਆਪਣੀ ਰਸਨਾ ਤੋਂ ਕਹਿ ਦੇਣ ਉਹ ਬਿਲਕੁਲ ਸੱਚ ਹੁੰਦਾ ਹੈ। ਇੱਥੇ ਵੀ ਔਰ ਉੱਥੇ ਦੋਹਾਂ ਜਹਾਨਾਂ ਵਿੱਚ ਉਹਨਾਂ ਦਾ ਕਿਹਾ ਹੋਇਆ ਸਫਲਾ ਹੁੰਦਾ ਹੈ। ਛਤਰੀ ਜਾਤ ਬਿਰਦ ਬਹਿਮਾ, ਤਿਨਕੇ ਸੰਗ ਲੋਕ ਬੋਇਆ। ਛਤਰੀ ਵਰਣ ਦੇ ਧਾਰਨੀ ਨੇ ਤੇ ਬਹੁਤ ਬਿਰਧ ਅਵਸਥਾ ਨੂੰ ਪ੍ਰਾਪਤ ਨੇ। ਉਹਨਾਂ ਦੇ ਸਰੀਰ ਦੀ ਉਮਰ ਵੀ ਕਾਫੀ ਹੋ ਚੁੱਕੀ ਹੈ, ਵਡੇਰੇ ਹੋ ਚੁੱਕੇ ਨੇ। ਤੇ ਉਹਨਾਂ ਦੇ ਨਾਲ ਇਹ ਸਾਰੀ ਸੰਗਤ ਜਿਹੜੀ ਤੁਸੀਂ ਵੇਖ ਰਹੇ ਹੋ, ਆ ਜਿਹੜੀ ਭੀੜ ਤੁਸੀਂ ਵੇਖ ਰਹੇ ਹੋ, ਲੋਕਾਂ ਦਾ ਸਮੁਦਾਇ ਵੇਖ ਰਹੇ ਹੋ, ਇਹ ਸਾਰਾ ਸਮੁਦਾਇ ਉਹਨਾਂ ਦੇ ਨਾਲ ਹੀ ਇੱਥੇ ਉਤਰਿਆ ਹੋਇਆ ਹੈ। ਗੁਰੂ ਅਮਰਦਾਸ ਜੀ ਮਹਾਰਾਜ ਜੀ ਇੱਥੇ ਉਤਰੇ ਹੋਏ ਨੇ। ਇੱਕ ਤੋਂ ਦਰਸ਼ਨ ਕੋ ਸੁਖ ਪਾਵੈ, ਤੁਰਕ ਜੇ ਜੀਵਾ ਬੌਰ ਹਟਾਵੈ। ਆ ਜਿਹੜੇ ਸੈਂਕੜਿਆਂ ਦੀ ਗਿਣਤੀ 'ਚ ਲੋਕ ਉਹਨਾਂ ਦੇ ਨਾਲ ਇੱਥੇ ਉਤਰੇ ਹੋਏ ਨੇ। ਇਹਨਾਂ ਦੇ ਉਤਰਨ ਦਾ ਨਾਲ ਆਉਣ ਦਾ ਕਾਰਨ ਇਹ ਹੈ ਵੀ ਇੱਕ ਤਾਂ ਇਹਨਾਂ ਨੂੰ ਗੁਰੂ ਦੇ ਦਰਸ਼ਨ ਹੋ ਰਹੇ ਨੇ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਇਹਨਾਂ ਦਾ ਜੀਵਨ ਧਨ ਹੋ ਰਿਹਾ ਹੈ। ਦੂਜਾ ਜਿਹੜਾ ਤੁਰਕ ਜੇਜਵਾ ਮੰਗਦੇ ਨੇ, ਟੈਕਸ ਮੰਗਦੇ ਨੇ, ਉਹ ਟੈਕਸ ਤੋਂ ਇਹਨਾਂ ਦਾ ਛੁਟਕਾਰਾ ਹੁੰਦਾ ਹੈ। ਸਤਿਗੁਰੂ ਜੀ ਦੇ ਨਾਲ ਤੀਰਥ ਯਾਤਰਾ ਕਰਕੇ ਇਹਨਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ, ਤੁਰਕਾਂ ਦੇ ਕੋਲ ਟੈਕਸ ਨਹੀਂ ਭਰਨਾ ਪੈਂਦਾ। ਇਤਿਆਦਕ ਸੁਖ ਲਕ ਸਭ ਭਾਂਤੀ, ਰਹਿ ਸੰਗ ਯਾਤਰੀ ਦਿਨ ਰਾਤੇ। ਇਹਨਾਂ ਦੇ ਨਾਲ ਕਿਸੇ ਨੂੰ ਲੰਗਰ ਪ੍ਰਸ਼ਾਦੇ ਦੀ ਵੀ ਕੋਈ ਤੋਟ ਨਹੀਂ। ਇਹਨਾਂ ਦੇ ਲੰਗਰ ਪੱਕਦੇ ਨੇ ਤੇ ਇਹਨਾਂ ਦੇ ਲੰਗਰਾਂ ਦੇ ਵਿੱਚੋਂ ਸਾਰੇ ਲੰਗਰ ਪ੍ਰਸ਼ਾਦਾ ਛਕਦੇ ਨੇ। ਇਤਿਆਦਕ ਸਰਵ ਪ੍ਰਕਾਰ ਦੇ ਸੁੱਖਾਂ ਨੂੰ ਜਾਣ ਕੇ ਆ ਸਾਰੀ ਦੁਨੀਆ, ਇਹ ਜਿੰਨੀ ਲੋਕਾਈ ਸਮੁਦਾਇ ਤੁਸੀਂ ਵੇਖ ਰਹੇ ਹੋ, ਇਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਨਾਲ ਇੱਥੇ ਉਤਰੇ ਹੋਏ ਨੇ। ਇਹਨਾਂ ਨੂੰ ਇਹ ਸਾਰੇ ਸੁੱਖ ਮਿਲਦੇ ਨੇ। ਇਸ ਕਰਕੇ ਸਾਰੇ ਯਾਤਰੂ ਰਾਤ ਦਿਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਹਨ। ਸੁਣ ਦੁਰਗੇ ਦਿਜਬਰ ਵਿਚਾਰਾ, ਵਿਖਿਓ ਹੋਤੋ ਪਦ ਪਦਮ ਆਕਾਰਾ। ਦੁਰਗੇ ਪੰਡਤ ਨੇ ਜਦੋਂ ਉਸ ਸਿੱਖ ਦੇ ਜ਼ੁਬਾਨ ਤੋਂ ਸੁਣਿਆ ਵੀ ਗੁਰੂ ਅਮਰਦਾਸ ਜੀ ਨੇ ਉਹ ਉਤਰੇ ਹੋਏ ਨੇ ਇੱਥੇ, ਉਹਨਾਂ ਦੇ ਨਾਲ ਇਹ ਸਾਰੀ ਸੰਗਤ ਹੈ, ਭੀੜ ਉਹਨਾਂ ਦੇ ਨਾਲ ਹੈ, ਤੇ ਪੰਡਤ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਆਪਣੇ ਮਨ 'ਚ ਵਿਚਾਰ ਕਰਨ ਲੱਗਾ ਵੀ ਕਿਤੇ ਇਹ ਉਹੀ ਤਾਂ ਨਹੀਂ ਮੈਂ ਜਿਨ੍ਹਾਂ ਦੇ ਚਰਨ 'ਚ ਪਦਮ ਦਾ ਨਿਸ਼ਾਨ ਵੇਖਿਆ ਸੀ। ਕਿਉਂਕਿ ਇਸ ਗੱਲ ਨੂੰ ਵੀ ਕਈ ਸਾਲ ਹੋ ਚੁੱਕੇ ਸਨ। 12 ਸਾਲ ਤਾਂ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਹੀ ਕਰਦੇ ਰਹੇ ਗੁਰੂ ਸਾਹਿਬ ਦੀ, ਤੇ ਕਈ ਸਾਲਾਂ ਦਾ ਸਮਾਂ ਬੀਤ ਜਾਣ ਕਾਰਨ ਪੰਡਤ ਦੀ ਸਿਮਰਤੀ ਵਿੱਚ ਆ ਰਿਹਾ ਹੈ ਵੀ ਉਹਨਾਂ ਦਾ ਨਾਮ ਵੀ ਸ਼ਾਇਦ ਅਮਰਦਾਸ ਹੀ ਸੀ, ਜਿਨ੍ਹਾਂ ਦੇ ਪੈਰ ਦੇ ਵਿੱਚ ਮੈਂ ਪਦਮ ਦਾ ਨਿਸ਼ਾਨ ਵੇਖਿਆ ਸੀ। ਕਿਤੇ ਉਹੀ ਤਾਂ ਨਹੀਂ? ਜੇ ਉਹੀ ਹੋਏ ਤੇ ਹੁਣ ਮੈਨੂੰ ਦਾਤ ਮਿਲੇਗੀ। ਮੈਂ ਉਸ ਸਮੇਂ ਇਹਨਾਂ ਕੋਲੋਂ ਭੇਟਾ ਨਹੀਂ ਸੀ ਲਈ, ਅੱਜ ਮੈਂ ਜਾ ਕੇ ਇਹਨਾਂ ਕੋਲੋਂ ਭੇਟਾ ਮੰਗਾਂਗਾ। ਪੰਡਤ ਦੇ ਮਨ 'ਚ ਇਲਮ ਹੋ ਰਿਹਾ ਹੈ, ਇਲਹਾਮ ਹੋ ਰਿਹਾ ਹੈ ਕਿ ਕਿਤੇ ਉਹੀ ਤਾਂ ਨਹੀਂ ਜਿਨ੍ਹਾਂ ਦੇ ਚਰਨਾਂ ਵਿੱਚ ਮੈਂ ਪਦਮ ਦਾ ਨਿਸ਼ਾਨ ਵੇਖਿਆ ਸੀ। ਤਿਨ ਕੋ ਨਾਮ ਰੋਜਾਤ ਬਤਾਈ, ਸਹੀ ਹੋਏ ਪਾਈ ਵਡਿਆਏ। ਉਹਨਾਂ ਦਾ ਨਾਮ ਵੀ ਸ੍ਰੀ ਅਮਰਦਾਸ ਸੀ ਤੇ ਛਤਰੀ ਵਰਣ ਸੀ। ਤੇ ਕਿਤੇ ਉਹੀ ਤਾਂ ਨਹੀਂ? ਕਿਉਂਕਿ ਇਹ ਸਿੱਖ ਨੇ ਨਾਮ ਵੀ ਅਮਰਦਾਸ ਦੱਸਿਆ ਤੇ ਉਹਨਾਂ ਦਾ ਵਰਣ ਵੀ ਛਤਰੀ ਦੱਸਿਆ। ਜੇ ਉਹੀ ਹੋਏ ਤੇ ਫਿਰ ਮੈਂ ਉਹਨਾਂ ਦੇ ਕੋਲੋਂ ਜਾ ਕੇ ਦਾਨ ਮੰਗਾਂਗਾ। ਹੋ ਸਕਦਾ ਉਹੀ ਹੋਣ ਤੇ ਉਹਨਾਂ ਨੂੰ ਇਹ ਵਡਿਆਈ ਮਿਲ ਗਈ ਹੋਵੇ ਗੁਰਤਾ ਗੱਦੀ ਦੀ, ਕਿਉਂਕਿ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਹਾਡੇ ਪਦਮ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ, ਤੁਸੀਂ ਕਿਸੇ ਵਡਿਆਈ ਨੂੰ ਪ੍ਰਾਪਤ ਕਰੋਗੇ। ਹੋ ਸਕਦਾ ਇਹ ਉਹੀ ਨੇ ਜਿਨ੍ਹਾਂ ਨੂੰ ਇਹ ਵੱਡੀ ਵਡਿਆਈ ਪ੍ਰਾਪਤ ਹੋ ਚੁੱਕੀ ਹੈ। ਕਿਦੋਂ ਆਨਵੈ ਕਰਤ ਸੰਦੇਹੋ, ਕੀਨ ਗਮਨ ਨਿਜ ਤਜ ਕਹਿ ਗ੍ਰਿਓ। ਪੰਡਤ ਦੁਰਗੇ ਨੇ ਵੀ ਸੋਚਿਆ ਵੀ ਸ਼ਾਇਦ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ, ਜਾਂ ਉਹੀ ਹੋਣ
ਜਾਂ ਇਹ ਵੀ ਹੋ ਸਕਦਾ ਵੀ ਕੋਈ ਹੋਰ ਹੀ ਹੋਵੇ। ਏਦਾਂ ਆਪਣੇ ਮਨ 'ਚ ਥੋੜਾ ਜਿਹਾ ਸੰਦੇਹ ਰੱਖ ਕੇ ਪੰਡਤ ਕਹਿੰਦਾ ਚੱਲ ਕੇ ਵੇਖਣਾ ਤਾਂ ਚਾਹੀਦਾ ਨਾ, ਵੇਖਾਂ ਤਾਂ ਸਹੀ, ਜਲ ਕੇ ਵੇਖਾਂ ਤਾਂ ਸਹੀ, ਉਹਨਾਂ ਦੇ ਦਰਸ਼ਨ ਤਾਂ ਕਰਾਂ, ਕੀ ਪਤਾ ਉਹੀ ਹੋਣ ਜਿਨ੍ਹਾਂ ਦੇ ਚਰਨਾਂ ਵਿੱਚ ਮੈਂ ਪਦਮ ਵੇਖਿਆ, ਜਾਂ ਕੋਈ ਹੋਰ ਵੀ ਹੋ ਸਕਦਾ ਹੈ। ਇਹ ਸੋਚ ਕੇ ਆਪਣੇ ਮਨ 'ਚ ਥੋੜਾ ਜਿਹਾ ਸੰਦੇਹ ਰੱਖ ਕੇ ਪੰਡਤ ਦੁਰਗਾ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਘਰ ਤੋਂ ਚੱਲਿਆ ਹੈ। ਸਨੈ ਸਨੈ ਤੇ ਸੰਗ ਮਝਾਰਾ, ਸ੍ਰੀ ਗੁਰ ਕੇ ਤਵ ਨਿਕਟ ਸਿਦਾਰਾ। ਸਨੇ ਸਨੇ ਸਹਿਜੇ ਸਹਿਜੇ ਉਹ ਸੰਗੀ ਨੂੰ ਨਾਲ ਲੈ ਲਿਆ, ਕਹਿੰਦਾ ਭਾਈ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ ਜਿਹੜੇ ਇੱਥੇ ਉਤਰੇ ਹੋਏ ਨੇ। ਤੋ ਦੁਰਗਾ ਪੰਡਤ ਚਲਦਾ ਚਲਦਾ ਉੱਥੇ ਪਹੁੰਚਿਆ ਜਿੱਥੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਉਤਾਰਾ ਹੈ। ਖਰੇ ਦੂਰ ਤੇ ਕਰਤ ਚਿਨਾਰੀ, ਹੈ ਤੋ ਸਹੀ ਸੋ ਲਗੂ ਆਕਾਰੇ। ਪੰਡਤ ਦੂਰ ਖਲੋ ਕੇ ਨਾ ਪਛਾਣਨ ਲੱਗਾ ਗੁਰੂ ਸਾਹਿਬ ਨੂੰ। ਮਹਾਰਾਜ ਜੀ ਬੈਠੇ ਸਨ ਸਾਹਮਣੇ ਤੇ ਦੂਰ ਖਲੋ ਗਏ ਪੰਡਤ ਦੁਰਗਾ ਜੀ, ਤੇ ਵੇਖ ਕੇ ਦੂਰੋਂ ਤੇ ਪਛਾਣ ਕਰਨ ਲੱਗੇ ਵੀ ਹੈ ਤਾਂ ਉਹੀ ਜਾਪਦੇ ਨੇ ਜਿਨ੍ਹਾਂ ਦੇ ਪੈਰ 'ਚ ਪਦਮ ਦਾ ਨਿਸ਼ਾਨ ਸੀ। ਕਿਉਂਕਿ ਗੁਰੂ ਸਾਹਿਬ ਹੁਣ ਬਹੁਤ ਜ਼ਿਆਦਾ ਬਿਰਧ ਹੋ ਚੁੱਕੇ ਸੀ। ਕਈ ਸਾਲਾਂ ਬਾਅਦ ਪੰਡਤ ਦੁਰਗੇ ਨੇ ਸਤਿਗੁਰਾਂ ਨੂੰ ਵੇਖਿਆ ਸੀ। ਉਹੀ ਜਾਪਦੇ ਨੇ। ਇਹਨਾਂ ਦੇ ਸਰੀਰ ਦਾ ਆਕਾਰ ਵੀ ਲਘੂ ਛੋਟਾ ਹੈ, ਉਹ ਵੀ ਛੋਟੇ ਕੱਦ ਦੇ ਸਨ। ਜਿਨ੍ਹਾਂ ਦੇ ਪੈਰ 'ਚ ਮੈਂ ਪਦਮ ਵੇਖਿਆ ਸੀ ਉਹਨਾਂ ਦਾ ਵੀ ਸਰੀਰ ਦਾ ਕੱਦ ਛੋਟਾ ਸੀ, ਇਹ ਵੀ ਛੋਟੇ ਜਿਹੇ ਕੱਦ ਦੇ ਲੱਗਦੇ ਨੇ, ਉਹੀ ਮੈਨੂੰ ਜਾਪਦੇ ਨੇ। ਪਰਮ ਪ੍ਰਸੰਨ ਭਇਓ ਦਿਜਹੇਰੇ, ਕਹੀ ਅਸ਼ੀਰਵਾਦ ਹੋਏ ਨੇਰੇ। ਕੋਲ ਗਿਆ ਸਤਿਗੁਰਾਂ ਦੇ ਤੇ ਇਹਨੇ ਪਛਾਣ ਲਿਆ ਵੀ ਇਹ ਤਾਂ ਉਹੀ ਨੇ ਜਿਨ੍ਹਾਂ ਦੇ ਚਰਨਾਂ 'ਚ ਮੈਂ ਪਦਮ ਵੇਖਿਆ ਸੀ, ਜਿਨ੍ਹਾਂ ਮੇਰੇ ਘਰ ਦੇ ਵਿੱਚ ਦੁਪਹਿਰੇ ਆਰਾਮ ਕੀਤਾ ਸੀ, ਇਹ ਤਾਂ ਉਹੀ ਨੇ। ਜਦੋਂ ਕੋਲ ਆਇਆ ਤੇ ਬੜਾ ਖੁਸ਼ ਹੋਇਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਪੰਡਤ ਦੁਰਗੇ ਨੇ ਮੱਥਾ ਟੇਕਿਆ। ਬੈਠ ਨਿਕਟ ਲਖ ਨੀਕੀ ਰੀਤ, ਨਿਸ਼ਚੇ ਧਰਤ ਪਇਓ ਤਵ ਚੀਤ। ਸਤਿਗੁਰਾਂ ਦੇ ਕੋਲ ਬਹਿ ਕੇ ਚੰਗੀ ਤਰ੍ਹਾਂ ਰੀਤੀ ਨਾਲ ਇਹਨੇ ਪੂਰੀ ਤਰ੍ਹਾਂ ਤੇ ਪਰਖ ਕਰ ਲਈ ਵੀ ਮੇਰੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ, ਉਹੀ ਨੇ ਜਿਨ੍ਹਾਂ ਦੇ ਚਰਨਾਂ 'ਚ ਮੈਂ ਪਦਮ ਦਾ ਨਿਸ਼ਾਨ ਵੇਖਿਆ, ਜਿਹੜੇ ਗੰਗਾ ਦੀ ਯਾਤਰਾ ਨੂੰ ਆਉਂਦੇ ਸਨ ਹਰ 6 ਮਹੀਨਿਆਂ ਬਾਅਦ। ਕਹਿੰਦੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੇ ਪਛਾਣ ਕਰ ਲਈ, ਮਨ ਵਿੱਚ ਨਿਰਣਾ ਕਰ ਲਿਆ, ਤੇ ਨਿਰਣਾ ਕਰਕੇ ਪੰਡਤ ਦੁਰਗਾ ਉਸ ਵੇਲੇ ਬੋਲਿਆ, ਹੇ ਪ੍ਰਭੂ ਮੈਂ ਦਿਜੀ ਜਾਨੋ ਸੋਈ, ਪੂਰਬ ਮਿਲਿਓ ਬਰਕ ਬੋਈ। ਕਹਿਣ ਲੱਗਾ ਹੇ ਪ੍ਰਭੂ ਜੀ ਮੈਨੂੰ ਪਛਾਣਿਆ ਜੇ। ਪੰਡਤ ਦੁਰਗਾ ਕਹਿੰਦਾ ਸਤਿਗੁਰਾਂ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਪਛਾਣਿਆ, ਮੈਂ ਉਹੀ ਪੰਡਤ ਹਾਂ ਜਿਨੇ ਅੱਜ ਤੋਂ ਕਈ ਸਾਲ ਪਹਿਲਾਂ ਆਪ ਜੀ ਨਾਲ ਮਿਲਾਪ ਕੀਤਾ ਸੀ। ਕਈ ਸਾਲ ਪਹਿਲਾਂ ਆਪ ਜੀ ਆਏ ਸੀ ਗੰਗਾ ਦੀ ਯਾਤਰਾ ਕਰਨ ਵਾਸਤੇ, ਤੇ ਤੁਸੀਂ ਮੇਰੇ ਘਰ ਦੇ ਵਿੱਚ ਦੁਪਹਿਰ ਦੇ ਸਮੇਂ ਆਰਾਮ ਕੀਤਾ ਸੀ। ਦੁਪਹਿਰਾ ਤੁਸੀਂ ਮੇਰੇ ਘਰ ਦੇ ਵਿੱਚ ਬਤੀਤ ਕੀਤਾ ਸੀ, ਇਸੇ ਮੇੜੇ ਪਿੰਡ ਵਿੱਚ। ਮਹਾਰਾਜ ਮੈਨੂੰ ਪਛਾਣਿਆ, ਮੈਂ ਉਹੀ ਪੰਡਤ ਹਾਂ ਜੋ ਅੱਜ ਤੋਂ ਕਈ ਸਾਲ ਪਹਿਲਾਂ ਆਪ ਜੀ ਨੂੰ ਮਿਲਿਆ ਸੀ। ਵਿਖਿਓ ਪਦਮ ਪਦ ਪਦਮ ਮਝਾਰੀ। ਉਸ ਵੇਲੇ ਮੈਂ ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਪਦਮ ਦਾ ਨਿਸ਼ਾਨ ਵੇਖਿਆ ਸੀ। ਆਪ ਜੀ ਦੇ ਚਰਨਾਂ ਵਿੱਚ ਮੈਂ ਪਦਮ ਪਿਆ ਵੇਖਿਆ ਸੀ। ਸਭ ਨਾ ਜਾਚਨਾ ਕੀਨ ਤੁਮਾਰੀ। ਮਹਾਰਾਜ ਜੀ ਉਦੋਂ ਤੁਸੀਂ ਮੈਨੂੰ ਦਾਨ ਦੇਣ ਲੱਗੇ ਤੇ ਮੈਂ ਆਖਿਆ ਸੀ ਵੀ ਹਾਲੇ ਨਹੀਂ ਲੈਣਾ, ਜਦੋਂ ਆਪ ਜੀ ਨੂੰ ਆਪ ਜੀ ਦੇ ਇਸ ਪਦਮ ਦਾ ਫਲ ਮਿਲ ਜਾਏਗਾ ਉਸ ਵੇਲੇ ਮੈਂ ਆਪ ਜੀ ਕੋਲੋਂ ਦਾਨ ਲਵਾਂਗਾ। ਉਸ ਸਮੇਂ ਮੈਂ ਆਪ ਜੀ ਦੇ ਕੋਲੋਂ ਕੋਈ ਯਾਚਨਾ ਨਹੀਂ ਸੀ ਕੀਤੀ, ਕੋਈ ਵੀ ਮੰਗ ਨਹੀਂ ਸੀ ਕੀਤੀ। ਜਬ ਇਸ ਕੋ ਫਲ ਪ੍ਰਾਪਤ ਹੋਏ ਤਬ ਲੇਮੋ ਚਿਤ ਬਾਂਚਿਤ ਜੋਏ। ਮੈਂ ਆਪ ਜੀ ਨੂੰ ਕਿਹਾ ਸੀ ਵੀ ਜਦੋਂ ਆਪ ਜੀ ਨੂੰ ਇਸ ਪਦਮ ਦਾ ਫਲ ਪ੍ਰਾਪਤ ਹੋਵੇਗਾ ਉਸ ਵੇਲੇ ਮੈਂ ਆਪਣੀ ਮਨ ਬਾਂਛਿਤ ਇੱਛਾ ਦੇ ਮੁਤਾਬਕ ਆਪ ਜੀ ਦੇ ਕੋਲੋਂ ਫਲ ਪ੍ਰਾਪਤ ਕਰਾਂਗਾ, ਫਲ ਮੰਗਾਂਗਾ। ਕਰਿਓ ਤੋ ਤਕਰਾਰ ਸਜੋਵਾ, ਪ੍ਰਾਪਤ ਸਮੇਂ ਪਾਏ ਸੋ ਹੋਵਾ। ਮਹਾਰਾਜ ਜੀ ਉਸ ਸਮੇਂ ਆਪ ਜੀ ਨੇ ਇਕਰਾਰ ਕੀਤਾ ਸੀ ਮੇਰੇ ਨਾਲ ਕਿ ਪੰਡਤ ਜੀ ਜਦੋਂ ਇਹਦਾ ਫਲ ਮਿਲਿਆ ਤੇ ਤੁਹਾਨੂੰ ਅਸੀਂ ਦਾਨ ਦੇਵਾਂਗੇ। ਮਹਾਰਾਜ ਜੀ ਉਹ ਗੱਲ ਯਾਦ ਕਰੋ, ਹੁਣ ਜਿਹੜਾ ਬਚਨ ਤੁਸੀਂ ਮੇਰੇ ਨਾਲ ਕੀਤਾ ਸੀ, ਮੇਰੇ ਨਾਲ ਇਕਰਾਰ ਕੀਤਾ ਸੀ ਪਾਤਸ਼ਾਹ ਜੀ, ਹੁਣ ਉਹ ਸਮਾਂ ਆ ਗਿਆ ਹੈ, ਉਹ ਭਾਗਾਂ ਵਾਲਾ ਸਮਾਂ ਆਣ ਪ੍ਰਾਪਤ ਹੋਇਆ ਕਿ ਮੈਂ ਆਪ ਜੀ ਦੇ ਚਰਨਾਂ ਵਿੱਚ ਆਇਆ। ਅੱਜ ਮੈਨੂੰ ਵਰ ਦਿਓ,
ਮੈਂ ਆਪ ਜੀ ਦੇ ਪਾਸੋਂ ਵਰਦਾਨ ਮੰਗਣ ਵਾਸਤੇ ਆਇਆ ਹਾਂ। ਮਨ ਬਾਛਤ ਮੁਝ ਕੋ ਅਬ ਦੀਜੈ, ਪ੍ਰਥਮ ਕਯੋ ਸਿਮਰਨ ਸੋ ਕੀਜੈ। ਮਹਾਰਾਜ ਜੀ ਹੁਣ ਮੈਨੂੰ ਮੇਰੇ ਮਨ ਬਾਂਛਤ ਫਲ ਬਖਸ਼ੋ ਜੋ ਮੈਂ ਚਾਹੁੰਦਾ ਹਾਂ। ਜੋ ਮੇਰੇ ਮਨ ਦੀ ਕਾਮਨਾ ਉਹ ਹੁਣ ਆਪ ਜੀ ਕਿਰਪਾ ਕਰਕੇ ਪੂਰੀ ਕਰੋ ਸਤਿਗੁਰੂ ਜੀ। ਜੋ ਆਪ ਜੀ ਨੇ ਪਹਿਲਾਂ ਬਚਨ ਕਹੇ ਸਨ, ਆਪਣੇ ਕਹੇ ਹੋਏ ਬਚਨਾਂ ਨੂੰ ਯਾਦ ਕਰੋ। ਆਪਣੇ ਕਹੇ ਹੋਏ ਬਚਨਾਂ ਦੀ ਸਿਮਰਤੀ ਕਰਕੇ ਮੇਰੇ ਝੋਲੀ ਦੇ ਵਿੱਚ ਮੇਰੀ ਮਨ ਬਾਂਛਤ ਮੁਰਾਦ ਪਾਵੋ। ਸ਼੍ਰੀ ਸਤਿਗੁਰ ਸੁਨ ਭਏ ਪ੍ਰਸੰਨ, ਕੈ ਬੋਧਿਜ ਬਰ ਤੇਰੋ ਧਨ। ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਪੰਡਤ ਜੀ ਤੁਸੀਂ ਧੰਨ ਹੋ। ਅਸੀਂ ਨਹੀਂ ਭੁੱਲੇ ਉਹ ਬਚਨ ਜਿਹੜਾ ਤੁਹਾਨੂੰ ਕੀਤਾ ਸੀ, ਸਾਨੂੰ ਵੀ ਯਾਦ ਹੈ। ਸਾਨੂੰ ਵੀ ਯਾਦ ਹੈ ਕਿ ਅਸੀਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਇਹ ਪੰਡਤ ਜੀ ਤੁਸੀਂ ਧੰਨ ਹੋ। ਜਿਉ ਤੈ ਕਹਿਓ ਸੋ ਨੀਕੇ ਭਇਓ, ਚੱਕਰਵਰਤ ਕੋ ਛਤਰ ਸੁਦਿਓ। ਪੰਡਤ ਜੀ ਜਿਵੇਂ ਤੁਸੀਂ ਕਿਹਾ ਸੀ ਉਸੇ ਤਰ੍ਹਾਂ ਹੀ ਹੋਇਆ ਹੈ। ਤੁਸੀਂ ਕਿਹਾ ਸੀ ਵੀ ਤੁਹਾਡੇ ਸਿਰ ਤੇ ਚੱਕਰਵਰਤੀ ਰਾਜ ਦਾ ਛਤਰ ਝੂਲੇਗਾ, ਤੇ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਮੈਨੂੰ ਵਾਕਈ ਚੱਕਰਵਰਤੀ ਛਤਰ ਦਾ ਰਾਜ ਬਖਸ਼ ਦਿੱਤਾ ਹੈ। ਮੈਨੂੰ ਸਾਰੇ ਦੇਸ਼ ਦਾ ਵਿਸ਼ਵ ਦਾ ਚੱਕਰਵਰਤੀ ਜਿਹੜਾ ਛਤਰ ਹੈ ਉਹ ਰਾਜ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਬਖਸ਼ ਦਿੱਤਾ ਹੈ। ਕਿਉਂ ਚੱਕਨ ਪਰ ਹੁਕਮ ਹਮਾਰਾ, ਜੈ ਕੈ ਪਟੈ ਨੋ ਹੈ ਟਕਾਰਾ। ਹੁਣ ਚਾਰਾਂ ਚੱਕਾਂ ਵਿੱਚ ਸਾਡਾ ਹੁਕਮ ਵਰਤਦਾ ਹੈ। ਜਿੱਥੇ ਕਿੱਥੇ ਅਸੀਂ ਹੁਕਮ ਕਰਕੇ ਭੇਜ ਦਈਏ ਕੋਈ ਸਾਡਾ ਹੁਕਮ ਨਹੀਂ ਮੋੜਦਾ। ਤੁਸੀਂ ਕਿਹਾ ਸੀ ਨਾ ਕਿ ਤੁਹਾਡੇ ਸਿਰ ਤੇ ਛਤਰ ਝੂਲੇਗਾ, ਛਤਰ ਸਾਨੂੰ ਪ੍ਰਾਪਤ ਹੋ ਗਿਆ। ਹੁਣ ਚੌਂ ਚੱਕਾਂ ਦੇ ਵਿੱਚ ਸਾਡਾ ਹੁਕਮ ਚੱਲਦਾ ਹੈ। ਜਿੱਥੇ ਅਸੀਂ ਹੁਕਮ ਕਰਕੇ ਭੇਜ ਦਈਏ ਕੋਈ ਸਾਡਾ ਹੁਕਮ ਨਹੀਂ ਮੋੜਦਾ। ਅਬ ਮਨ ਬਾਂਚਿਤ ਜੋ ਕੁਛ ਤੇਰੇ, ਸੋ ਲੀਜੈ ਸੁਖ ਐ ਨਾ ਦੇਬੇ। ਹੁਣ ਤੇਰੇ ਮਨ ਦੇ ਵਿੱਚ ਜੋ ਇੱਛਾ ਹੈ, ਜੋ ਤੁਸੀਂ ਆਪਣੇ ਮਨ ਵਿੱਚ ਚਾਹੁੰਦੇ ਹੋ ਪੰਡਤ ਜੀ, ਉਹ ਲੈ ਲਓ। ਹੁਣ ਤੁਹਾਨੂੰ ਦੇਂਦਿਆਂ ਅਸੀਂ ਦੇਰੀ ਨਹੀਂ ਲਾਵਾਂਗੇ। ਜੋ ਤੁਹਾਡੇ ਮਨ ਦੀ ਕਾਮਨਾ ਕਾਂਖਾ ਹੈ ਉਹ ਮੰਗ ਲਓ। ਹੁਣ ਅਸੀਂ ਦੇਰੀ ਨਹੀਂ ਲਾਵਾਂਗੇ, ਉਹੀ ਵਸਤੂ ਤੁਹਾਨੂੰ ਦੇਵਾਂਗੇ ਜੋ ਤੁਸੀਂ ਮੰਗੋਗੇ। ਲੋਕ ਬਿਖੈ ਸੁਖ ਅਨਕ ਪ੍ਰਕਾਰਾ, ਸੁਤ ਬਿਤ ਆਦਿਕ ਸੁੰਦਰ ਦਾਰਾ। ਮਹਾਰਾਜ ਜੀ ਕਹਿੰਦੇ ਵੀ ਇੱਕ ਸੁੱਖ ਤਾਂ ਹੈ ਇਸ ਲੋਕ ਦਾ। ਆ ਜਿਹੜਾ ਸੰਸਾਰ ਹੈ, ਲੋਕ ਇਸ ਲੋਕ ਦੇ ਬੜੇ ਸੁੱਖ ਨੇ, ਪੁੱਤਰ ਧੀਆਂ ਤੇ ਹੋਰ ਸੰਪਦਾ ਵਿਭੂਤੀ। ਇਸ ਲੋਕ ਦੇ ਬਹੁਤ ਸਾਰੇ ਸੁੱਖ ਹਨ। ਜੋ ਚਾਹੋ ਸੋ ਜਾਚਨ ਕੀਜੈ, ਅਬ ਤੇ ਪਰਮ ਸੁਖੀ ਹੋਏ ਜੀਜੈ। ਧਨ ਸੰਪਦਾ ਬਹੁਤ ਕੁਝ ਇਸ ਲੋਕ ਵਿੱਚ ਹੈ। ਜੋ ਤੇਰੇ ਮਨ ਦੇ ਵਿੱਚ ਇੱਛਾ ਹੋਵੇ ਇਸ ਲੋਕ ਦੇ ਸੁੱਖਾਂ ਦੀ, ਤੇ ਤੁਸੀਂ ਇਸ ਲੋਕ ਦੇ ਸੁੱਖ ਸਾਡੇ ਕੋਲੋਂ ਮੰਗ ਲਓ। ਅੱਜ ਤੋਂ ਬਾਅਦ ਤੁਸੀਂ ਇਸ ਲੋਕ ਵਿੱਚ ਪਰਮ ਸੁਖੀ ਹੋ ਕੇ ਜੀਵੋਗੇ। ਜੇ ਤੁਸੀਂ ਇਸ ਲੋਕ ਦੇ ਸੁੱਖ ਮੰਗਣਾ ਚਾਹੁੰਦੇ ਹੋ ਤਾਂ ਮੰਗ ਲਵੋ। ਜੇ ਕਰ ਜਗ ਕੇ ਸੁਖ ਨੈ ਚਾਹੈ, ਨਾਸ਼ਵੰਤ ਲਖ ਨੈ ਬਿਰਤਾ। ਪਾਤਸ਼ਾਹ ਕਹਿਣ ਲੱਗੇ ਵੀ ਦੂਜਾ ਪਰਲੋਕ ਦੇ ਸੁੱਖ ਨੇ। ਜੇ ਤੁਹਾਡੇ ਮਨ ਦੇ ਵਿੱਚ ਇਸ ਲੋਕ ਦੇ ਸੁੱਖਾਂ ਦੀ ਚਾਹਨਾ ਕੋਈ ਨਹੀਂ, ਤੁਸੀਂ ਇਹ ਜਾਣਦੇ ਹੋ ਵੀ ਇਸ ਲੋਕ ਦੇ ਸੁੱਖ ਜਿਹੜੇ ਨੇ ਉਹ ਨਾਸ਼ਵੰਤ ਨੇ, ਬਿਨਸ ਜਾਣ ਵਾਲੇ ਨੇ। ਤੁਸੀਂ ਇਸ ਲੋਕ ਦੇ ਸੁੱਖਾਂ ਨੂੰ ਨਾਸ਼ਵੰਤ ਜਾਣਦੇ ਹੋ, ਬਿਨਸ ਜਾਣ ਵਾਲਾ ਜੇਕਰ ਜਾਣਦੇ ਹੋ, ਤੋ ਪਰਲੋਕ ਅਚਲ ਸੁਖ ਭਾਰੇ, ਜਨਮ ਮਰਨ ਨੈ ਸੰਕਟ ਭਾਰੇ। ਫਿਰ ਤੁਸੀਂ ਪਰਲੋਕ ਦਾ ਜਿਹੜਾ ਬੜਾ ਅਚਲ ਸੁੱਖ ਹੈ, ਜਿਹੜਾ ਕਦੇ ਚਲਾਏਮਾਨ ਨਹੀਂ ਹੁੰਦਾ, ਜਿੱਥੇ ਜਾ ਕੇ ਜਨਮ ਤੇ ਮਰਨ ਦੇ ਸਾਰੇ ਸੰਕਟ ਕੱਟੇ ਜਾਂਦੇ ਨੇ। ਰੁਚੈ ਜੇ ਮਨ ਮੈਂ ਜਾਚੋ ਸੋਏ, ਨੀਕੇ ਲਿਓ ਵਿਚਾਰ ਕਰ ਜੋਏ। ਤੁਹਾਡੇ ਮਨ ਨੂੰ ਪਰਲੋਕ ਦਾ ਸੁੱਖ ਚੰਗਾ ਲੱਗਦਾ ਹੈ ਤੇ ਤੁਸੀਂ ਪਰਲੋਕ ਦਾ ਸੁੱਖ ਮੰਗ ਲਵੋ। ਇਹਦੀ ਵਿਚਾਰ ਕਰਕੇ ਪਰਲੋਕ ਦੇ ਸੁੱਖਾਂ ਦੀ ਪ੍ਰਾਪਤੀ ਕਰ ਲਵੋ। ਲੋਕ ਪਰਲੋਕ ਮਹਾ ਸੁਖ ਦੋਈ, ਲੀਜੈ ਏਕ ਜਾਚ ਕਰ ਸੋਏ। ਪਾਤਸ਼ਾਹ ਕਹਿੰਦੇ ਏਦਾਂ ਦੋ ਸੁੱਖ ਨੇ, ਇਸ ਲੋਕ ਦਾ ਤੇ ਦੂਜਾ ਪਰਲੋਕ ਦਾ।
ਹੁਣ ਪੰਡਤ ਜੀ ਅਸੀਂ ਤੁਹਾਡੇ ਤੇ ਛੱਡਦੇ ਆਂ ਵੀ ਤੁਹਾਨੂੰ ਕਿਹੜਾ ਸੁੱਖ ਚਾਹੀਦਾ ਹੈ। ਦੋਵਾਂ ਚੋਂ ਇੱਕ ਮੰਗ ਲਓ, ਜਾਂ ਇਸ ਲੋਕ ਦਾ ਸੁੱਖ ਮੰਗ ਲਓ ਜਾਂ ਪਰਲੋਕ ਦਾ। ਜੇ ਲੋਕ ਦੇ ਪਦਾਰਥ ਤੁਹਾਨੂੰ ਝੂਠੇ ਲੱਗਦੇ ਨੇ, ਨਾਸ਼ਵਾਨ ਲੱਗਦੇ ਨੇ, ਤੇ ਪਰਲੋਕ ਦਾ ਸੁੱਖ ਮੰਗ ਲਓ। ਦੋਵਾਂ ਲੋਕਾਂ ਦੇ ਵਿੱਚੋਂ ਇੱਕ ਲੋਕ ਦਾ ਸੁੱਖ ਅਸੀਂ ਤੁਹਾਨੂੰ ਦੇਵਾਂਗੇ, ਉਹ ਸੁੱਖ ਤੁਸੀਂ ਮੰਗ ਲਓ ਜੋ ਤੁਹਾਡੇ ਮਨ ਦੀ ਇੱਛਾ ਹੋਵੇ। ਸੁਣ ਦਿਜਬਰ ਕੋ ਸੰਸਾ ਪਰਿਓ, ਨਿਰਨੇ ਨਾਇਨ ਏਕੋ ਕਰਿਓ। ਸੁਣ ਕੇ ਪੰਡਤ ਜੀ ਦੇ ਮਨ 'ਚ ਸੰਸਾ ਪੈ ਗਿਆ ਵੀ ਇਹ ਤਾਂ ਸਤਿਗੁਰਾਂ ਨੇ ਸਮੱਸਿਆ ਖੜੀ ਕਰ ਦਿੱਤੀ ਹੈ ਕਿ ਹੁਣ ਮੈਂ ਨਿਰਣਾ ਕੀ ਕਰਾਂ, ਲੋਕ ਦਾ ਸੁੱਖ ਮੰਗਾ ਕਿ ਪਰਲੋਕ ਦਾ ਮੰਗਾ। ਜੇ ਲੋਕ ਦਾ ਮੰਗਦਾ ਤੇ ਪਰਲੋਕ ਵਿਗੜਦਾ, ਜੇ ਪਰਲੋਕ ਦਾ ਮੰਗਦਾ ਤੇ ਲੋਕ ਵਿਗੜਦਾ। ਦੋਵਾਂ ਵਿੱਚੋਂ ਇੱਕ ਗੁਰੂ ਸਾਹਿਬ ਕਹਿੰਦੇ ਮੰਗ ਲੈ। ਤੇ ਪੰਡਤ ਜੀ ਸੁਣ ਕੇ ਮਨ 'ਚ ਸੰਸਾ ਕਰਦੇ ਤੇ ਨਿਰਣਾ ਨਹੀਂ ਪਿਆ ਹੁੰਦਾ ਕਿ ਕਿਹੜਾ ਇੱਕ ਸੁੱਖ ਮੰਗਾ। ਜੇ ਕਰ ਸੁਖ ਪਰਲੋਕ ਕੋ ਜਾਚੋ, ਹਿਆ ਰੰਕ ਬਨਦਾਰਦ ਰਾਚੋ। ਪੰਡਤ ਜੀ ਸੋਚਣ ਲੱਗੇ ਮਨ 'ਚ ਵੀ ਜੇ ਮੈਂ ਪਰਲੋਕ ਦਾ ਸੁੱਖ ਸਤਿਗੁਰਾਂ ਕੋਲੋਂ ਮੰਗਦਾ ਤੇ ਇੱਥੇ ਮੈਂ ਗਰੀਬ ਤੇ ਕੰਗਾਲ ਬਣਿਆ, ਗਰੀਬੀ ਨਾਲ ਜੂਝਾਂਗਾ, ਕੰਗਾਲ ਬਣ ਕੇ ਸੰਸਾਰ 'ਚ ਫੇਰਾਂਗਾ। ਪਰਲੋਕ ਦਾ ਸੁੱਖ ਤਾਂ ਚਲੋ ਮਿਲ ਜਾਏਗਾ, ਪਰ ਇਸ ਲੋਕ ਵਿੱਚ ਮੈਂ ਕੰਗਾਲ ਹੋ ਕੇ, ਗਰੀਬ ਹੋ ਕੇ ਭਿਖਾਰੀਆਂ ਵਾਂਗੂ ਜ਼ਿੰਦਗੀ ਜੀਵਾਂਗਾ। ਮੰਗਤ ਰਹੋ ਨਾ ਸੁਖ ਵੈ ਕੋਈ, ਅਬ ਪ੍ਰਾਪਤ ਕੈਸੇ ਦਿਓ ਖੋਈ। ਮੰਗਦਾ ਫਿਰਾਂਗਾ ਦੁਨੀਆ ਦੇ ਲੋਕਾਂ ਅੱਗੇ ਮੂਹਰੇ ਹੱਥ ਤੱਡ ਤੱਡ ਕੇ, ਮੈਨੂੰ ਇੱਥੇ ਲੋਕ ਵਿੱਚ ਕੋਈ ਸੁੱਖ ਪ੍ਰਾਪਤ ਨਹੀਂ ਹੋਣ ਲੱਗਾ। ਜਿਹੜਾ ਹੁਣ ਮੈਨੂੰ ਪ੍ਰਾਪਤ ਹੈ ਸਗੋਂ ਇਹ ਵੀ ਖੋਇਆ ਜਾਣਾ। ਜੇ ਗੁਰੂ ਨੂੰ ਕਹਿ ਦਿੱਤਾ ਵੀ ਕੱਲਾ ਪਰਲੋਕ ਦਾ ਸੁੱਖ ਚਾਹੀਦਾ ਤੇ ਇਸ ਲੋਕ ਦੇ ਵਿੱਚ ਮੈਨੂੰ ਸੁੱਖ ਪ੍ਰਾਪਤ ਨਹੀਂ ਹੋਣ ਲੱਗਾ। ਜੇਕਰ ਲੋਕ ਬਿਕੈ ਸੁਖ ਭਾਰਾ, ਧਨ ਆਦਿਕ ਤੇ ਹੋਏ ਸੁਖਾਰਾ। ਜੇ ਮੈਂ ਇਸ ਲੋਕ ਦੇ ਭਾਰੀ ਸੁੱਖ ਮੰਗ ਲਵਾਂ ਵੀ ਇਸ ਲੋਕ ਦੇ ਸੁੱਖ ਬਖਸ਼ ਦਿਓ, ਧਨ ਬਖਸ਼ ਦਿਓ, ਸੰਸਾਰ ਦੇ ਪਦਾਰਥ, ਸੰਪਦਾ, ਵਿਭੂਤੀ, ਐਸ਼ਵਰਜ ਇਸ ਲੋਕ ਵਿੱਚ ਬਖਸ਼ ਦਿਓ। ਜੇ ਮੈਂ ਇਸ ਲੋਕ ਦੇ ਵੱਡੇ ਤੇ ਭਾਰੇ ਸੁੱਖ ਮੰਗ ਲੈਂਦਾ ਹਾਂ, ਜਾਚ ਲਿਓ ਮੈਂ ਪ੍ਰਾਪਤ ਹੋਵੈ, ਸਗਰੀ ਦਾਰਤਾ ਕੋ ਖੋਵੈ। ਮੈਂ ਇਸ ਲੋਕ ਦੇ ਸੁੱਖ ਮੰਗ ਲਵਾਂ ਤੇ ਮੇਰੀ ਗਰੀਬੀ ਚੁੱਕੀ ਜਾਏਗੀ, ਮੇਰੀ ਦਲਿੱਦਰਤਾਈ ਦੂਰ ਹੋ ਜਾਏਗੀ, ਗਰੀਬੀ ਖਤਮ ਹੋ ਜਾਏਗੀ ਤੇ ਮੈਂ ਰਾਜਿਆਂ ਤੇ ਬਾਦਸ਼ਾਹਾਂ ਵਾਂਗੂ ਇਸ ਜ਼ਿੰਦਗੀ ਨੂੰ ਜੀਵਾਂਗਾ। ਇਸ ਲੋਕ ਵਿੱਚ ਸਾਰੇ ਸੁੱਖ ਮਨ ਬਾਂਛਤ ਮੈਨੂੰ ਪ੍ਰਾਪਤ ਹੋਣਗੇ। ਮਨ ਭਾਵਤ ਸੁਖ ਕਰੋ ਬਿਲਾਸਾ, ਜਾਚਨ ਕੀ ਮਿਟੈ ਸਭ ਆਸਾ। ਮਨ ਭਾਉਂਦੇ ਸੁਖ ਬਿਲਾਸ ਭੋਗਾਂਗਾ ਤੇ ਕਿਸੇ ਦੇ ਅੱਗੇ ਹੱਥ ਤੱਡ ਕੇ ਮੈਨੂੰ ਮੰਗਣਾ ਨਹੀਂ ਪੈਣ ਲੱਗਾ। ਜੇ ਲੋਕ ਦਾ ਸੁੱਖ ਮੰਗ ਲਵਾਂ ਗੁਰੂ ਕੋਲੋਂ ਤੇ ਮੈਨੂੰ ਮਨ ਭਾਉਂਦੇ ਸਾਰੇ ਬਿਲਾਸ ਪ੍ਰਾਪਤ ਹੋਣਗੇ, ਕਿਸੇ ਅੱਗੇ ਹੱਥ ਤੱਡ ਕੇ ਮੰਗ ਕੇ ਮੰਗਣਾ ਨਹੀਂ ਪਵੇਗਾ। ਜਮ ਕੇ ਬਸ ਜਬ ਪਰੋਂ ਜਾਈ, ਦੇ ਸਾਸਨਾ ਨਰਕ ਗਿਰਾਏ। ਪਰ ਇੱਕ ਸਮੱਸਿਆ ਇਹ ਵੀ ਹੈ ਵੀ ਇਸ ਲੋਕ ਨੂੰ ਛੱਡ ਕੇ ਜਦੋਂ ਮੈਂ ਅੱਗੇ ਪਰਲੋਕ 'ਚ ਜਾਵਾਂਗਾ, ਉੱਥੇ ਜੰਮਾਂ ਦੇ ਵਸ ਪਵਾਂਗਾ ਤੇ ਜੰਮ ਫੜ ਕੇ ਮੈਨੂੰ ਨਰਕਾਂ 'ਚ ਸੁੱਟਣਗੇ। ਉੱਥੇ ਵੀ ਤਾਂ ਦੁੱਖ ਹੈ ਨਾ। ਚਲੋ ਲੋਕ ਦੇ ਸੁੱਖ ਮੰਗ ਲੈ ਤੇ ਪਰਲੋਕ ਵਿਗੜ ਜਾਣਾ, ਉੱਥੇ ਜੰਮਾਂ ਨੇ ਫੜ ਕੇ ਮੈਨੂੰ ਨਰਕਾਂ ਵਿੱਚ ਜਾ ਕੇ ਸੁੱਟਣਾ ਤੇ ਉੱਥੇ ਮੈਨੂੰ ਤਾੜਨਾਵਾਂ ਤੇ ਸਜ਼ਾਵਾਂ ਦੇਣਗੇ। ਕਿਤ ਕੋ ਸੁਖ ਅਬ ਜਾਚਨ ਕਰੋ, ਸੰਸੈ ਹੋਤ ਨ ਨਿਰਨੋ ਧਰੋ। ਸੋਚੀ ਜਾਂਦੇ ਪੰਡਤ ਦੁਰਗਾ ਜੀ ਮਨ ਹੀ ਮਨ ਕਿ ਇਹ ਤਾਂ ਸਤਿਗੁਰੂ ਜੀ ਨੇ ਮੇਰੇ ਵਾਸਤੇ ਸਮੱਸਿਆ ਖੜੀ ਕਰ ਦਿੱਤੀ। ਹੁਣ ਮੰਗਾਂ ਤਾਂ ਮੰਗਾਂ ਕੀ, ਇਹ ਲੋਕ ਦਾ ਸੁੱਖ ਮੰਗਾਂ ਕਿ ਪਰਲੋਕ ਦਾ ਸੁੱਖ ਮੰਗਾਂ। ਜੇ ਲੋਕ ਦਾ ਮੰਗਦਾ ਤੇ ਪਰਲੋਕ ਵਿਗੜਦਾ, ਜੇ ਪਰਲੋਕ ਦਾ ਸੁੱਖ ਮੰਗਦਾ ਤੇ ਇਸ ਲੋਕ ਵਿੱਚ ਭਿਖਾਰੀਆਂ ਵਾਲੀ ਹਾਲਤ ਨਾਲ ਲੋਕਾਂ ਮੂਹਰੇ ਹੱਥ ਤੱਡ ਤੱਡ ਕੇ ਮੰਗਣਾ ਪਵੇਗਾ। ਸੋਚੀ ਜਾਂਦੇ ਪੰਡਤ ਜੀ ਕਿ ਮੈਂ ਹੁਣ ਸੁੱਖ ਕਿੱਥੋਂ ਦਾ ਮੰਗਾਂ। ਤੂਸ਼ਨ ਏਕ ਘੜੀ ਲਗ ਹੋਵਾ, ਤਬ ਸ਼੍ਰੀ ਸਤਿਗੁਰ ਤਿਸ ਜਿਸ ਜੋਵਾ। ਇੱਕ ਘੜੀ ਤੱਕ ਪੰਡਤ ਜੀ ਚੁੱਪ ਰਹੇ। ਇੱਕ ਘੜੀ 24 ਮਿੰਟਾਂ ਦੀ ਹੁੰਦੀ। ਤਕਰੀਬਨ ਇੱਕ ਘੜੀ ਤੱਕ ਪੰਡਤ ਜੀ ਚੁੱਪ ਹੀ ਬੈਠੇ ਰਹੇ ਵੀ ਮੰਗਾਂ ਤਾਂ ਮੰਗਾਂ ਕੀ। ਬੜੀ ਚਿੰਤਾ ਮਨ 'ਚ ਚੱਲ ਰਹੀ ਹੈ, ਫਿਕਰ ਬੜਾ ਚੱਲ ਰਿਹਾ ਮਨ ਦੇ ਵਿੱਚ। ਜਗਤ ਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਪੰਡਤ ਜੀ ਵੱਲ ਵੇਖਿਆ ਕਿ ਪੰਡਤ ਜੀ ਚਿੰਤਾ ਤੇ ਫਿਕਰ ਵਿੱਚ ਬੈਠੇ ਹਨ। ਬਹੁਤ ਜਬਰ ਕਿਉਂ ਤੂਸ਼ਨ ਠਾਨੀ, ਜਾਚਨ ਕੀਜੈ ਚਾਹੇ ਮਾਨੀ। ਮਹਾਰਾਜ ਜੀ ਕਹਿਣ ਲੱਗੇ ਪੰਡਤ ਜੀ ਕੀ ਗੱਲ ਹੈ,
ਕਿਉਂ ਚੁੱਪ ਧਾਰਨ ਕਰ ਲਿਆ? ਤੁਸੀਂ ਤਾਂ ਮੰਗਣ ਦੀ ਬਜਾਏ ਮੋਹ ਨਹੀਂ ਧਾਰ ਲਿਆ। ਕਿਉਂ ਆਪਣੇ ਮਨ ਦੇ ਵਿੱਚ ਫਿਕਰ ਕਰ ਰਹੇ ਹੋ, ਚਿੰਤਾ ਕਰ ਰਹੇ ਹੋ? ਜੋ ਤੁਹਾਡੇ ਮਨ ਦੀ ਚਾਹਨਾ ਹੈ ਉਹ ਮੰਗਦੇ ਕਿਉਂ ਨਹੀਂ? ਸੋ ਹਮ ਤੇ ਲਿਓ ਜੋ ਮਨ ਭਾਵਾ, ਸਾਚ ਕਹੈ ਬਚ ਹਮ ਜੋ ਅਲਾਵਾ। ਸਾਹਿਬ ਕਹਿੰਦੇ ਜੋ ਤੁਹਾਨੂੰ ਚਾਹੀਦਾ ਪੰਡਤ ਜੀ, ਉਹ ਹੁਣ ਬਿਨਾਂ ਦੇਰੀ ਤੋਂ ਬੇਝਿਜਕ ਹੋ ਕੇ ਮੰਗ ਲਓ। ਅਸੀਂ ਸੱਚ ਕਹਿੰਦੇ ਆ, ਜੋ ਮੰਗੋਗੇ ਅਸੀਂ ਦੇਵਾਂਗੇ। ਜੋ ਕਹੋਗੇ ਤੁਸੀਂ ਉਹੀ ਫਲ ਅਸੀਂ ਤੁਹਾਡੀ ਝੋਲੀ 'ਚ ਪਾਵਾਂਗੇ। ਜੋ ਮੰਗੋਗੇ ਉਹ ਤੁਹਾਨੂੰ ਪ੍ਰਾਪਤ ਹੋਵੇਗਾ। ਇਹ ਅਸੀਂ ਬਿਲਕੁਲ ਸੱਚ ਕਹਿ ਰਹੇ ਹਾਂ, ਇਹਦੇ 'ਚ ਕੋਈ ਝੂਠ ਨਹੀਂ, ਕੋਈ ਦੋ ਰਾਏ ਨਹੀਂ। ਸੁਣ ਕੈ ਤਬ ਹੋਇਓ ਦਿਜ ਦੀਨ, ਦਵੈ ਲੋਕਨ ਸੁਖ ਲਾਲ ਸਕੀਨ। ਮਹਾਰਾਜ ਜੀ ਦੇ ਬਚਨ ਪੰਡਤ ਜੀ ਨੇ ਸੁਣੇ ਤੇ ਸੁਣ ਕੇ ਪੰਡਤ ਦੁਰਗਾ ਜੀ ਬੜੇ ਦੀਨ ਹੋ ਗਏ, ਬਹੁਤ ਜ਼ਿਆਦਾ ਦੀਨ ਹੋ ਕੇ, ਤੇ ਦੋਹਾਂ ਲੋਕਾਂ ਦੇ ਸੁੱਖਾਂ ਦੀ ਲਾਲਸਾ ਆਪਣੇ ਮਨ 'ਚ ਕਰਕੇ ਕਿ ਮੈਨੂੰ ਲੋਕ ਦਾ ਸੁੱਖ ਵੀ ਮਿਲ ਜਾਏ ਤੇ ਪਰਲੋਕ ਦਾ ਵੀ, ਮੇਰਾ ਲੋਕ ਸੁਹੇਲਾ ਤੇ ਪਰਲੋਕ ਵੀ ਸੁਹੇਲਾ ਹੋ ਜਾਏ, ਇਹੋ ਜਿਹਾ ਸੁੱਖ ਮੰਗਣ ਦੀ ਲਾਲਸਾ ਆਪਣੇ ਮਨ 'ਚ ਪੰਡਤ ਜੀ ਨੇ ਰੱਖੀ ਹੈ। ਔਰ ਬਹੁਤ ਦੀਨ ਹੋ ਕੇ, ਵਿਨਮਰ ਹੋ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਿਨੈ ਸਹਿਤ ਬਚ ਕਹਿ ਬਨਾਏ, ਗੁਰ ਪ੍ਰਤਾਪ ਲਖ ਸੀਸ ਨਿਵਾਏ। ਬੇਨਤੀ ਸਹਿਤ ਸਤਿਗੁਰਾਂ ਦੇ ਚਰਨਾਂ 'ਚ ਬਚਨ ਕਰਨ ਲੱਗੇ ਪੰਡਤ ਜੀ, ਬੇਨਤੀ ਕਰਨ ਲੱਗੇ ਗੁਰੂ ਸਾਹਿਬ ਨੂੰ। ਤੇ ਮਹਾਰਾਜ ਜੀ ਦਾ ਭਾਰੀ ਤੇਜ ਪ੍ਰਤਾਪ ਵੇਖ ਕੇ, ਗੁਰੂ ਸਾਹਿਬ ਦਾ ਜਾਹੋ ਜਲਾਲ ਤੱਕ ਕੇ ਪੰਡਤ ਜੀ ਨੇ ਸਿਰ ਝੁਕਾਇਆ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਪੰਡਤ ਜੀ ਨੇ ਇਹ ਮੰਗ ਮੰਗੀ ਹੈ। ਲੋਕ ਤੇ ਪਰਲੋਕ ਦੇ ਸੁੱਖ ਦੀ ਕਾਂਖਾ ਆਪਣੇ ਹਿਰਦੇ 'ਚ ਰੱਖਦੇ ਆ ਕਿ ਮੈਨੂੰ ਤਾਂ ਦੋਵੇਂ ਜਹਾਨਾਂ ਦਾ ਸੁੱਖ ਚਾਹੀਦਾ, ਲੋਕ ਸੁਖੀਏ, ਪਰਲੋਕ ਸੁਹੇਲੇ ਵਾਲੀ ਅਵਸਥਾ ਚਾਹੀਦੀ ਹੈ। ਇਹ ਕਾਂਖਾ ਆਪਣੇ ਹਿਰਦੇ 'ਚ ਰੱਖ ਕੇ ਪੰਡਤ ਜੀ ਬੋਲੇ, ਦਿਜੋ ਵਾਤ ਨਾਮ ਦੇ, ਤਨ ਦੇ ਨ ਜਨ ਕੋ, ਧਨ ਬਹੀਨ ਜਨ ਜਗ ਨ ਸੁਹਾਏ। ਮੰਗਣ ਦੀ ਵੀ ਖਾਲਸਾ ਜੀ ਜੁਗਤੀ ਮੁਕਤੀ ਹੁੰਦੀ ਹੈ, ਬਿਨਾਂ ਜੁਗਤੀ ਮੁਕਤੀ ਦੇ ਮੰਗਿਆ ਵੀ ਨਹੀਂ ਜਾਂਦਾ, ਵੀ ਮੰਗੀਏ ਕੀ। ਪੰਡਤ ਜੀ ਕੋਲ ਜੁਗਤੀ ਸੀ ਤੇ ਜੁਗਤੀ ਦੇ ਨਾਲ ਸਤਿਗੁਰਾਂ ਕੋਲੋਂ ਮੰਗਣ ਲੱਗੇ, ਪਾਤਸ਼ਾਹ ਜੇ ਤੁਸੀਂ ਨਾਮ ਦੇ ਦਿਓਗੇ ਮੈਨੂੰ ਪਰਮੇਸ਼ਰ ਦਾ, ਧਨ ਨਾ ਦਿਓਗੇ, ਨਾਮ ਦੇ ਦਿਓਗੇ, ਧਨ ਨਾ ਦਿਓਗੇ, ਤੇ ਧਨ ਤੋਂ ਬਿਨਾਂ ਤੁਹਾਡਾ ਇਹ ਜਿਹੜਾ ਜਨ ਹੈ ਇਸ ਜਗਤ ਵਿੱਚ ਸ਼ੋਭਨੀਕ ਨਹੀਂ ਹੋਵੇਗਾ। ਧਨ ਬਹੀਨ ਜਨ ਜਗ ਨਾ ਸੁਹਾਏ, ਧਨ ਤੋਂ ਬਿਨਾਂ ਇਹ ਤੁਹਾਡਾ ਜਿਹੜਾ ਜਨ ਸੇਵਕ ਹੈ ਇਸ ਜਗਤ ਵਿੱਚ ਸ਼ੋਭਨੀਕ ਨਹੀਂ ਹੋਵੇਗਾ। ਕਿਉਂਕਿ ਜਿਹੜਾ ਨਿਰਧਨ ਬੰਦਾ ਹੈ, ਗਰੀਬ ਹੈ, ਦੁਨੀਆ ਦੇ ਲੋਕ, ਸਮਾਜ ਦੇ ਲੋਕ ਉਹਨੂੰ ਸਤਿਕਾਰ ਨਹੀਂ ਦਿੰਦੇ, ਭਾਵੇਂ ਉਹ ਬੜਾ ਸਿਆਣਾ ਵੀ ਹੋਵੇ। ਤੇ ਧਨਵਾਨ ਬੰਦਾ ਭਾਵੇਂ ਬਹੁਤ ਮੂਰਖ ਵੀ ਹੋਵੇ ਤਾਂ ਵੀ ਲੋਕ ਉਹਨਾਂ ਦੇ ਅੱਗੇ ਜੀਜੜੀਆਂ ਕੱਢ ਕੇ ਉਹਦਾ ਦਾ ਸਤਿਕਾਰ ਕਰਦੇ ਨੇ। ਆਥ ਹੋਏ ਤਾਂ ਮੁਗਧ ਸਿਆਣਾ, ਜੇ ਕਿਸੇ ਦੇ ਘਰ ਧਨ ਸੰਪਦਾ ਤਾਂ ਉਹਨਾਂ ਦੇ ਮੂਰਖ, ਜਿਵੇਂ ਕਹਾਵਤ ਆ ਨਾ ਕਿ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ, ਉਹਨਾਂ ਦੇ ਕਮਲਿਆਂ ਨੂੰ ਵੀ ਲੋਕ ਸਿਆਣਾ ਕਹਿੰਦੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪੰਡਤ ਜੀ ਕਹਿੰਦੇ, ਪੰਡਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਨਾਮ ਦੇ ਦਿਓਗੇ, ਆਪਣਾ ਨਾਮ ਦੇ ਕੇ ਧਨ ਨਾ ਦਿਓਗੇ, ਤੇ ਧਨ ਤੋਂ ਬਿਨਾਂ ਤੁਹਾਡਾ ਇਹ ਜਨ ਇਸ ਜਗਤ ਵਿੱਚ ਸ਼ੋਭਨੀਕ ਨਹੀਂ ਹੋਵੇਗਾ। ਜੇ ਧਨ ਦੇ ਨਾਮ ਨਾ ਦੇ ਮੈਂ, ਨਾਮ ਬਿਨਾ ਜਨ ਜੰਪੁਰ ਜਾਏ। ਪਾਤਸ਼ਾਹ ਜੇ ਤੁਸੀਂ ਧਨ ਦੇ ਦਿੰਦੇ ਹੋ, ਕੱਲਾ ਦੁਨਿਆਵੀ ਧਨ ਸੰਪਦਾ ਵਿਭੂਤੀ ਦੇ ਦਿਓਗੇ, ਨਾਮ ਨਾ ਦਿਓਗੇ, ਤੇ ਮਹਾਰਾਜ ਜੀ ਨਾਮ ਤੋਂ ਬਿਨਾਂ ਤੁਹਾਡਾ ਇਹ ਜਨ ਜਮਪੁਰੀ ਨੂੰ ਜਾਏਗਾ। ਤੁਹਾਡਾ ਇਹ ਜਨ ਇਹ ਫਿਰ ਜਮਪੁਰੀ ਨੂੰ ਜਾਏਗਾ, ਜਮ ਤੁਹਾਡੇ ਇਸ ਜਨ ਨੂੰ ਲੈ ਕੇ ਜਾਣਗੇ। ਤੁਮ ਪੈ ਕਹੀ ਨਹੀਂ ਬਨ ਆਵੈ, ਜਿਉ ਭਾਵੈ ਤਿਉ ਬੰਤ ਬਣਾਏ। ਤੁਹਾਡੇ ਕੋਲ ਕਈ ਨਹੀਂ ਬਣ ਆਉਂਦੇ, ਹੁਣ ਤੁਹਾਨੂੰ ਜਿਵੇਂ ਭਾਵੇ ਤਿਹੋ ਜੀ ਬਣਤ ਬਣਾ ਦਿਓ। ਪਾਤਸ਼ਾਹ ਨਾਮ ਦਿੰਦੇ ਹੋ ਤੇ ਧਨ ਬਿਨਾ ਜਗਤ ਵਿੱਚ ਨਹੀਂ ਸੋਭਦਾ, ਜੇ ਕੱਲਾ ਧਨ ਦਿੰਦੇ ਹੋ ਤੇ ਨਾਮ ਬਿਨਾ ਪਰਲੋਕ ਵਿੱਚ ਨਹੀਂ ਸੋਭਦਾ, ਉੱਥੇ ਜੰਮਾਂ ਦੇ ਵਸ ਪੈਣਾ ਪਏਗਾ। ਪਾਤਸ਼ਾਹ
ਹੁਣ ਜਿਵੇਂ ਤੁਹਾਡੇ ਮਨ ਨੂੰ ਆਵੇ ਤਿਵੇਂ ਤੁਸੀਂ ਬਣਤ ਬਣਾ ਦਿਓ। ਗੁਰੂ ਅਮਰਦਾਸ ਤੇਜੋ ਕੋ ਨੰਦਨ ਦੋਨੋਂ ਨਿਰਮਲ ਪੱਖ ਚਲਾਏ। ਗੁਰੂ ਅਮਰਦਾਸ ਸਾਹਿਬ ਬਾਬੇ ਤੇਜ ਭਾਨ ਦੇ ਸੁਪੁੱਤਰ, ਇਹ ਦੋਵੇਂ ਰਾਹ ਬੜੇ ਨਿਰਮਲ ਨੇ, ਲੋਕ ਤੇ ਪਰਲੋਕ ਦੇ। ਮੈਨੂੰ ਤਾਂ ਦੋਵੇਂ ਹੀ ਚਾਹੀਦੇ ਨੇ ਪਾਤਸ਼ਾਹ, ਮੈਨੂੰ ਤਾਂ ਦੋਵੇਂ ਹੀ ਚਾਹੀਦੇ ਹਨ। ਚੌਪਈ ਸਤਨਾਮ ਜੇ ਦੇਵੇਂ ਜਨ ਕੋ ਰਹਿ ਦਰ ਦੀ ਪਾਏ ਨਾ ਧਨ ਕੋ। ਪੰਡਤ ਜੀ ਕਹਿਣ ਲੱਗੇ ਪਾਤਸ਼ਾਹ, ਜੇ ਤੁਸੀਂ ਮੈਨੂੰ ਸੱਚਾ ਨਾਮ ਦੇ ਦਿਓਗੇ, ਪਰਮੇਸ਼ਰ ਦਾ ਨਾਮ ਦਾ ਦਾਨ ਬਖਸ਼ ਦਿਓਗੇ ਤੇ ਨਾਮ ਤਾਂ ਮਿਲ ਜਾਏਗਾ, ਪਰ ਇਸ ਲੋਕ ਦੇ ਵਿੱਚ ਮੈਨੂੰ ਦਲਿਦਰੀ ਬਣ ਕੇ, ਗਰੀਬ ਬਣ ਕੇ, ਰੰਕ ਬਣ ਕੇ ਧਨ ਤੋਂ ਬਿਨਾਂ ਰਹਿਣਾ ਪਵੇਗਾ। ਇਹਾਂ ਲੋਕ ਪ੍ਰਤਾਪ ਨ ਜਾਣੈ ਅਹੈ ਰੰਕ ਹੀਨੋ ਪਹਿਚਾਨੈ। ਇਸ ਲੋਕ ਦੇ ਵਿੱਚ ਦੁਨੀਆ ਜਿਹੜੀ ਆ, ਫਿਰ ਉਹ ਤੁਹਾਡਾ ਪ੍ਰਤਾਪ ਕਿਵੇਂ ਜਾਣੇਗੀ? ਲੋਕਾਂ ਨੇ ਤਾਂ ਕੱਲ ਨੂੰ ਇਹੀ ਕਹਿਣਾ ਨਾ, ਵੇਖੋ ਗੁਰੂ ਅਮਰਦਾਸ ਦਾ ਸਿੱਖ, ਗੁਰੂ ਅਮਰਦਾਸ ਦਾ ਜਨ ਭੁੱਖਾ ਪਿਆ ਮਰਦਾ। ਮਹਾਰਾਜ ਨਾ ਤੁਹਾਡੇ ਨੂੰ ਹੀ ਲਾਜ ਆਉਣੀ ਆ ਮੁੜ ਕੁੜ ਕੇ, ਤੇ ਕੁੱਤੇ ਨੂੰ ਨਹੀਂ ਕੋਈ ਮਾਰਦਾ, ਕੂਕਰ ਕੋ ਨਾ ਮਾਰਤ ਕੋਊ, ਕਹਿੰਦੇ ਕਦੇ ਕੁੱਤੇ ਨੂੰ ਨਹੀਂ ਕੋਈ ਮਾਰਦਾ। ਕਿਹਨੂੰ ਮਾਰਦੇ ਨੇ? ਤਾਕੋ ਮਾਰਾ ਲੈ ਕੇ ਖਾਵੰਦ ਕੋ ਨਾਮ ਕੋ, ਉਹਦੇ ਖਾਵੰਦ ਦਾ, ਉਹਦੇ ਮਾਲਕ ਦਾ ਨਾਂ ਲੈ ਕੇ ਮਾਰਦੇ। ਤੇਰੇ ਸਾਈਂ ਮਰਨ, ਉਹਦੇ ਸਾਈਂ ਦਾ ਨਾਂ ਲੈਂਦੇ। ਤੇ ਸਾਹਿਬ ਸੱਚੇ ਪਾਤਸ਼ਾਹ, ਜੇ ਤੁਸੀਂ ਕੱਲਾ ਨਾਮ ਦੇ ਦਿਓ, ਧਨ ਨਾ ਦਿੱਤਾ, ਤੇ ਧਨ ਤੋਂ ਬਿਨਾਂ ਇਸ ਲੋਕਾਂ ਦੇ ਵਿੱਚ, ਸੰਸਾਰ ਵਿੱਚ ਲੋਕਾਂ ਨੇ ਤੁਹਾਡਾ ਪ੍ਰਤਾਪ ਨਹੀਂ ਜਾਣਨਾ। ਮੈਂ ਰੰਕ ਤੇ ਗਰੀਬ ਬਣ ਕੇ ਰਹਾਂਗਾ। ਤੁਮਰੀ ਦਾਤ ਨ ਜਾਣੈ ਕੋਈ ਸੁਖ ਪਰਲੋਕ ਨ ਪਾਵੈ ਸੋਈ। ਮਹਾਰਾਜ ਜੀ, ਇਹਨਾਂ ਲੋਕਾਂ ਨੂੰ ਕੀ ਪਤਾ ਲੱਗਣਾ ਵੀ ਗੁਰੂ ਸਾਹਿਬ ਨੇ ਇਹਨੂੰ ਪਰਲੋਕ ਦਾ ਸੁੱਖ ਦਿੱਤਾ ਹੈ? ਪਰਲੋਕ ਦਾ ਸੁੱਖ ਇਹਨਾਂ ਨੇ ਥੋੜੀ ਉੱਥੇ ਜਾ ਕੇ ਵੇਖਣਾ ਜਿਹੜਾ ਮੈਨੂੰ ਉੱਥੇ ਮਿਲਣਾ। ਮਹਾਰਾਜ, ਇਹਨਾਂ ਨੇ ਤਾਂ ਇੱਥੋਂ ਦੇ ਸੁੱਖ ਵੇਖਣੇ ਨੇ। ਲੋਕਾਂ ਨੇ ਤਾਂ, ਇਹਨਾਂ ਨੇ ਪਰਲੋਕ ਦਾ ਸੁੱਖ ਥੋੜੀ ਜਾਣਨਾ ਕਿ ਸਤਿਗੁਰੂ ਜੀ ਨੇ ਪਰਲੋਕ ਦਾ ਸੁੱਖ ਇਹਨੂੰ ਦਿੱਤਾ ਹੋਇਆ ਹੈ। ਜੇ ਕਰ ਧਨ ਦੇਵੋ ਨਿਜ ਜਨ ਕੋ ਭੋਗੈ ਅਨਕ ਰੀਤ ਵਿਸ਼ਯਨ ਕੋ। ਤੇ ਮਹਾਰਾਜ, ਜੇ ਤੁਸੀਂ ਨਾਮ ਨਹੀਂ ਦਿੰਦੇ, ਧਨ ਦੇ ਦਿੰਦੇ ਹੋ, ਤੇ ਧਨ ਨੂੰ ਪ੍ਰਾਪਤ ਕਰਕੇ ਮੈਂ ਇੱਥੇ ਸੰਸਾਰ ਦੇ ਸਾਰੇ ਭੋਗ ਭੋਗਾਂਗਾ, ਸਾਰੀਆਂ ਰੀਤੀਆਂ ਨਾਲ ਸੰਸਾਰ ਦੇ ਸਰਬ ਸੁੱਖ ਪ੍ਰਾਪਤ ਹੋਣਗੇ। ਬਿਨਾ ਨਾਮ ਜਮ ਕੇ ਬਸ ਪਰੈ ਨਾ ਨਾਨਕ ਬਿਖੈ ਦੁਖ ਭਰੈ। ਮਹਾਰਾਜ, ਫਿਰ ਅੱਗੇ ਪਰਲੋਕ ਵਿੱਚ ਨਾਮ ਤੋਂ ਬਿਨਾ ਜਮਾਂ ਦੇ ਵਸ ਪੈਣਾ ਪਵੇਗਾ। ਉਹ ਜਮ ਫਿਰ ਨਰਕਾਂ ਵਿੱਚ ਸੁੱਟਣਗੇ, ਤੇ ਨਰਕਾਂ ਦੇ ਦੁੱਖ, ਨਰਕਾਂ ਦੀ ਅੱਗ ਵਿੱਚ ਸੜਨਾ ਪਵੇਗਾ। ਨਹੀਂ ਆਪ ਕੀ ਦਾਤ ਪਛਾਨੈ ਸਭ ਸੰਕਟ ਪ੍ਰਾਪਤ ਜਿਸ ਜਾਣੈ। ਮਹਾਰਾਜ, ਉਹਨਾਂ ਨੇ ਵੀ ਆਪ ਜੀ ਦੀ ਦਾਤ ਨਹੀਂ ਪਛਾਣਨੀ ਵੀ ਇਸ ਸੰਸਾਰ ਦੇ ਜਿਹੜੇ ਲੋਕ ਦੇ ਸੁੱਖ ਨੇ ਉਹ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਦਿੱਤੇ ਨੇ। ਮਹਾਰਾਜ, ਪਰਲੋਕ ਵਿੱਚ ਉਹਨਾਂ ਨੇ ਇਹ ਹੀ ਕਹਿਣਾ ਵੀ ਗੁਰੂ ਅਮਰਦਾਸ ਦਾ ਸੇਵਕ ਹੈ, ਤੇ ਵੇਖੋ ਨਰਕਾਂ 'ਚ ਪੈ ਗਿਆ ਆਪਣੇ ਕਰਮਾਂ ਕਰਕੇ, ਇਹਨੇ ਨਾਮ ਨਹੀਂ ਜਪਿਆ। ਉੱਥੇ ਵੀ ਸਤਿਗੁਰੂ ਜੀ ਤੁਹਾਡੇ ਨਾਂ ਨੂੰ ਹੀ ਲਾਜ ਆਉਣੀ ਹੈ। ਦੋਨੋਂ ਲੋਕ ਆਪ ਕੋ ਦਾਨ ਬਿਦਤੈ ਜਨ ਪਾਵੈ ਕਲਿਆਣ। ਮਹਾਰਾਜ, ਦੋਹਾਂ ਲੋਕਾਂ ਦੇ ਸੁੱਖ ਦਾ ਦਾਨ ਆਪ ਜੀ ਆਪਣਿਆਂ ਦਾਸਾਂ ਨੂੰ ਬਖਸ਼ਦੇ ਹੋ, ਤੇ ਦੋਹਾਂ ਲੋਕਾਂ ਵਿੱਚ ਫਿਰ ਤੁਹਾਡਾ ਨਾਂ ਤੇ ਤੁਹਾਡਾ ਪ੍ਰਤਾਪ ਪ੍ਰਗਟ ਹੁੰਦਾ ਹੈ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਆਪ ਜੀ ਦਾ ਫਿਰ ਨਾਮ ਪ੍ਰਗਟ ਹੁੰਦਾ ਹੈ। ਕਹਿਨ ਬਨੈ ਨੈ ਰਾਵਰ ਪਾਸ ਜਿਮ ਜਾਨੋ ਤਿਮ ਪੂਰੋ ਆਸ। ਮਹਾਰਾਜ, ਆਪ ਜੀ ਦੇ ਕੋਲ ਕਹਿਣਾ ਨਹੀਂ ਬਣ ਆਉਂਦਾ। ਆਪ ਜੀ ਦੇ ਮਨ ਨੂੰ ਜਿਵੇਂ ਭਾਵੇ ਆਪ ਜੀ ਉਸੇ ਤਰ੍ਹਾਂ ਕਰ ਦਿਓ। ਮਹਾਰਾਜ, ਮੈਨੂੰ ਤਾਂ ਦੋਵੇਂ ਜਹਾਨਾਂ ਦਾ ਸੁੱਖ ਚਾਹੀਦਾ। ਜੇ ਦੇਣ ਹੀ ਲੱਗੇ ਜੇ ਤੇ ਪਾਤਸ਼ਾਹ ਇੱਥੇ ਕਿਹੜਾ ਕੋਈ ਘਾਟਾ ਹੈ ਕਿ ਦੇ ਕੇ ਕੁਝ ਘਾਟ ਹੋ ਜਾਣੀ ਹੈ। ਮਹਾਰਾਜ, ਇੱਥੇ ਤਾਂ ਬਰਕਤਾਂ ਹੀ ਬਰਕਤਾਂ। ਮੈਨੂੰ ਲੋਕ ਦਾ ਸੁੱਖ ਵੀ ਬਖਸ਼ੋ ਤੇ ਪਰਲੋਕ ਦਾ ਸੁੱਖ ਵੀ ਬਖਸ਼ ਦਿਓ। ਆਪ ਜੀ ਨੂੰ ਕਹਿਣਾ ਨਹੀਂ ਬਣ ਆਉਂਦਾ ਗਰੀਬ ਨਵਾਜ, ਜਿਵੇਂ ਆਪ ਜੀ ਨੂੰ ਭਾਵੇ ਤਿਵੇਂ ਰੱਖ ਲੋ। ਲੋਕ ਪਰਲੋਕ ਮਲੀਨ ਬਹੀਨ ਤੁਮਰੋ ਜਨ ਹੋਵੇ ਸੁਖ ਲੀਨ। ਮਹਾਰਾਜ, ਇਸ ਲੋਕ ਤੇ ਪਰਲੋਕ ਵਿੱਚ ਮੈਲ ਤੋਂ ਵਹੀਣਾ ਹੋ ਕੇ ਤੁਹਾਡਾ ਇਹ ਜਨ ਦੋਹਾਂ ਜਹਾਨਾਂ ਵਿੱਚ ਸੁੱਖ ਪਾਵੇ। ਇਹੋ ਜੀ ਦਇਆ, ਇਹੋ ਜਿਹਾ ਤਰਸ, ਇਹੋ ਜੀ ਮੇ ਰਹਿਮਤ ਆਪ ਜੀ ਕਿਰਪਾ ਕਰਕੇ ਕਰ ਦਿਓ। ਇਨ ਕੈ ਬੰਧਨ ਦਿਜਨੇ ਕਰੀ ਦਵੈ ਲੋਕਨ
ਸੁਖ ਕਾਂਖਾ ਧਰੀ। ਇਦਾਂ ਕਹਿ ਕੇ ਪੰਡਤ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ। ਦੋਹਾਂ ਲਵ ਜਹਾਨਾਂ ਦੀ ਲੋਕਾਂ ਦੀ ਸੁਖ ਦੀ ਇੱਛਾ ਉਹ ਆਪਣੇ ਮਨ ਚ ਪ੍ਰਗਟ ਕਰਕੇ ਸੁਣਾਈ ਹੈ। ਬਿਕ ਸਤਿਗੁਰ ਦਿਜ ਕੀ ਚਤਰਾਈ, ਭਏ ਪ੍ਰਸੰਨ ਤਨਕ ਮੁਸਕਾਈ। ਪੰਡਤ ਜੀ ਦੀ ਇਹ ਚਤਰਾਈ ਸਿਆਣਪ ਵੇਖ ਕੇ ਸਤਿਗੁਰੂ ਜੀ ਮੁਸਕਰਾ ਪਏ। ਗੁਰੂ ਅਮਰਦਾਸ ਸਾਹਿਬ ਥੋੜਾ ਜਿਹਾ ਬੁੱਲੀਆਂ ਵਿੱਚ ਸਤਿਗੁਰੂ ਜੀ ਮੁਸਕਰਾਏ ਹਨ। ਕਹਿਓ ਬਾਤ ਦੋਨੋਂ ਤੁਮ ਲਿਓ, ਪ੍ਰਾਪਤ ਹੈ ਸੁਖ ਅਬੈ ਅਛਿਓ। ਪਾਤਸ਼ਾਹ ਕਹਿਣ ਲੱਗੇ ਜਾਓ ਪੰਡਤ ਜੀ, ਤੁਹਾਡਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ। ਤੁਹਾਨੂੰ ਦੋਹਾਂ ਜਹਾਨਾਂ ਦਾ ਸੁਖ ਦਿੱਤਾ, ਇਸ ਲੋਕ ਦਾ ਵੀ ਤੇ ਪਰਲੋਕ ਦਾ ਵੀ। ਮੇਰੇ ਸਤਿਗੁਰਾਂ ਦੇ ਕੋਲ ਖਾਲਸਾ ਜੀ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਕੀ ਨਹੀਂ ਮੇਰੇ ਮਾਲਕ ਦੇ ਘਰ 'ਚ ਸਭ ਕੁਝ ਹੈ। ਪਾਤਸ਼ਾਹ ਕਹਿੰਦੇ ਜਾਓ ਪੰਡਤ ਜੀ, ਦੋਹਾਂ ਜਹਾਨਾਂ ਦਾ ਸੁਖ ਤੁਹਾਨੂੰ ਦਿੱਤਾ। ਪ੍ਰਾਪਤ ਹੈ ਸੁਖ ਅਬੈ ਅਛਿਓ, ਹੁਣੇ ਤੁਹਾਨੂੰ ਸਾਰੇ ਸੁਖ ਪ੍ਰਾਪਤ ਹੋਣਗੇ। ਜਬ ਲੋ ਜੀਵੋ ਧਨ ਬੋ ਪਾਵੋ, ਸਿਮਰੋ ਸਤ ਨਾਮ ਲਿਵ ਲਾਵੋ। ਜਦੋਂ ਤੱਕ ਤੁਸੀਂ ਜਿਉਂਦੇ ਰਹੋਗੇ ਇਸ ਲੋਕ ਵਿੱਚ ਤੁਹਾਨੂੰ ਧਨ ਦੀ ਕਮੀ ਨਹੀਂ ਰਹਿਣ ਲੱਗੀ, ਕਿਸੇ ਪਦਾਰਥ ਦੀ ਕਮੀ ਨਹੀਂ ਰਹਿਣ ਲੱਗੀ। ਸਭ ਕੁਝ ਤੁਹਾਨੂੰ ਇਸ ਲੋਕ ਵਿੱਚ ਪ੍ਰਾਪਤ ਹੋਵੇਗਾ। ਪਰ ਧਨ ਦੇ ਨਾਲ ਨਾਲ ਤੁਸੀਂ ਨਾਮ ਨਾਲ ਵੀ ਆਪਣੀ ਲਿਵ ਲਾਈ ਰੱਖੋਗੇ, ਤੁਸੀਂ ਨਾਮ ਨਾਲ ਵੀ ਆਪਣੀ ਸੁਰਤੀ ਜੋੜੀ ਰੱਖੋਗੇ। ਅੰਤ ਸਮੇਂ ਜਮਨੇ ਦਰਸੈਓ, ਪੁੰਨਵਾਨ ਕੇ ਲੋਕ ਸਿਧੈਓ। ਅੰਤ ਸਮੇਂ ਜਦੋਂ ਤੁਸੀਂ ਨਾਮ ਜਪਦਿਆਂ ਜਪਦਿਆਂ ਜ਼ਿੰਦਗੀ ਬਸਰ ਕਰੋਗੇ ਤੇ ਫਿਰ ਤੁਹਾਨੂੰ ਜੰਮਾਂ ਦੇ ਵਸ ਨਹੀਂ ਪੈਣਾ ਪਵੇਗਾ। ਜਿਹੜੇ ਪੁੰਨਵਾਨਾਂ ਦਾ ਲੋਕ ਹੈ, ਜਿੱਥੇ ਧਰਮਾਤਮਾ ਲੋਕ ਪਹੁੰਚਦੇ ਨੇ, ਉਸ ਪਰਲੋਕ ਵਿੱਚ ਤੁਹਾਨੂੰ ਜਗ੍ਹਾ ਪ੍ਰਾਪਤ ਹੋਵੇਗੀ। ਪਰਲੇ ਕਰ ਦਿਜ ਬਰਹਰ ਖਾਏ, ਜਨਮ ਮਰਨ ਸੰਦੇਹ ਮਿਟਾਏ। ਇਹ ਵਰ ਲੈ ਕੇ ਸਤਿਗੁਰਾਂ ਕੋਲੋਂ ਪੰਡਤ ਜੀ ਬੜੇ ਖੁਸ਼ ਹੋਏ, ਇੰਨੇ ਖੁਸ਼ ਹੋਏ ਕਿ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੇਰਾ ਜੰਮਣ ਤੇ ਮਰਨ ਕੱਟ ਦਿੱਤਾ ਹੈ। ਜਨਮ ਮਰਨ ਸਤਿਗੁਰਾਂ ਨੇ ਕੱਟ ਦਿੱਤਾ। ਸਾਰੇ ਸੰਦੇਹ ਪੰਡਤ ਦੁਰਗਾ ਜੀ ਦੇ ਨਿਵਰਤ ਹੋ ਗਏ। ਨਮਸਕਾਰ ਕਰ ਸਦਨ ਸਿਦਾਰਾ, ਤਬ ਤੇ ਪ੍ਰਾਪਤ ਦਰਬ ਉਦਾਰਾ। ਸਤਿਗੁਰਾਂ ਨੂੰ ਨਮਸਕਾਰ ਕਰਕੇ ਪੰਡਤ ਜੀ ਘਰ ਗਏ। ਕਹਿੰਦੇ ਮੁੜ ਕੇ ਘਰ 'ਚ ਕਿਸੇ ਦੀ ਚੀਜ਼ ਦੀ ਕਮੀ, ਮੰਗਣਾ ਨਹੀਂ ਪਿਆ ਪੰਡਤ ਨੂੰ ਸਾਰੀ ਜ਼ਿੰਦਗੀ। ਇਹ ਤੇ ਪੰਡਤਾਂ ਦਾ ਕੰਮ ਹੁੰਦਾ ਮੰਗ ਕੇ ਖਾਣਾ, ਪਰ ਪੰਡਤ ਜੀ ਨੂੰ ਮੁੜ ਕੇ ਇੱਕ ਵਾਰੀ ਮੰਗ ਲਿਆ ਗੁਰੂ ਅਮਰਦਾਸ ਸਾਹਿਬ ਕੋਲੋਂ ਤੇ ਮੁੜ ਕੇ ਕਿਤੇ ਹੋਰ ਥਾਂ ਤੇ ਮੰਗਣ ਦੀ ਲੋੜ ਹੀ ਨਹੀਂ ਰਹੀ। ਸਗਰੀ ਚਿੰਤਾ ਹਿਰਦੇ ਬਿਨਾਸੀ, ਅਨਕ ਭਾਂਤ ਕੇ ਲੈ ਸੁਖ ਰਾਸੇ। ਸਾਰੀ ਚਿੰਤਾ ਹਿਰਦੇ ਦੀ ਬਿਨਸ ਗਈ, ਅਨਕ ਭਾਂਤ ਦੇ ਸੁਖ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਪ੍ਰਾਪਤ ਹੋ ਗਏ। ਅੰਤ ਸਮਾਂ ਜਬ ਪ੍ਰਾਪਤ ਹੋਆ, ਨਹੀਂ ਨਰਕ ਕੋ ਸੰਕਟ ਜੋਆ। ਜਦੋਂ ਅੰਤਲਾ ਸਮਾਂ ਜ਼ਿੰਦਗੀ ਦਾ ਆਇਆ, ਸਵਾਸ ਅੰਤਲੇ ਆਏ, ਉਸ ਵੇਲੇ ਵੀ ਅੰਤਲੇ ਸਮੇਂ ਮਹਾਰਾਜ ਜੀ ਦਾ ਨਾਮ ਜਪਿਆ। ਨਾਮ ਕਰਕੇ ਮੁੜ ਕੇ ਨਰਕਾਂ ਦਾ ਦੁੱਖ ਨਹੀਂ ਭੋਗਣਾ ਪਿਆ, ਜੰਮਾਂ ਦੇ ਵਸ ਨਹੀਂ ਪੈਣਾ ਪਿਆ, ਜੰਮਾਂ ਦੀ ਫਾਹੀ ਕੱਟੀ ਗਈ। ਪੁੰਨਵਾਨ ਪੁਰਖਨ ਗਤ ਪਾਈ, ਸ਼੍ਰੀ ਸਤਿਗੁਰ ਕੀ ਦਾਤ ਸੁਹਾਏ। ਪੁੰਨਵਾਨ ਪੁਰਖਾਂ ਨੂੰ ਜਿਹੜੀ ਗਤ ਮੁਕਤੀ ਮਿਲਦੀ ਆ, ਉਹ ਮੁਕਤੀ ਪੰਡਤ ਦੁਰਗਾ ਜੀ ਨੂੰ ਮਿਲੀ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਾਤ ਉਹ ਸੋਭਨੀਕ ਹੋਈ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਸੁਖ ਪ੍ਰਾਪਤ ਹੋਇਆ ਹੈ। ਕਹਾਂ ਰਾਤਰੀ ਬਸ ਕਰ ਗੋਸਾਈ, ਭਈ ਪ੍ਰਾਤ ਜਾਗੇ ਸਮਦਾਈ। ਇੱਕ ਰਾਤ ਸਤਿਗੁਰਾਂ ਨੇ ਇਸੇ ਤਰ੍ਹਾਂ ਮੇੜੇ ਪਿੰਡ 'ਚ ਬਤੀਤ ਕੀਤੀ ਹੈ। ਅਗਲੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਹਨ। ਨਿਤ ਕੀ ਕਿਰਿਆ ਕੀਨ ਇਸ਼ਨਾਨੇ, ਸੰਗਤ ਪੀਰ ਸੰਗ ਪ੍ਰਸਥਾਨੇ। ਇਹ ਕਿਰਿਆ ਜੋ ਸਤਿਗੁਰਾਂ ਦੀ ਸੀ, ਇਸ਼ਨਾਨ ਪਾਨ ਕਰਕੇ ਆਪਣੇ ਆਸਣ ਤੇ ਬੈਠ ਕੇ ਧਿਆਨ ਪਰਾਇਣ ਹੋਏ ਨੇ। ਜਦੋਂ ਥੋੜਾ ਜਿਹਾ ਦਿਨ ਚੜਿਆ, ਸਤਿਗੁਰੂ ਜੀ ਨੇ ਪ੍ਰਸਥਾਨ ਕੀਤਾ, ਸਾਰੀ ਸੰਗਤ ਸਮੇਤ ਮੇੜੇ ਪਿੰਡ ਤੋਂ ਵਾਪਸ ਪਿੱਛੇ ਨੂੰ ਚਾਲੇ ਪਾਏ ਹਨ। ਸਨੇ ਸਨੇ ਮਗ ਇਸੀ ਪ੍ਰਕਾਰ, ਨਿਤ ਉੱਠ ਚਲੇ ਗੁਰੂ ਸੁਖ ਕਾਰ। ਸਨੇ ਇਸੇ ਤਰ੍ਹਾਂ ਪੈਂਡਾ ਤੈਅ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਸੰਧਿਆ ਪੈਂਦੀ ਹੈ ਡੇਰਾ ਕਰ ਲੈਂਦੇ ਨੇ। ਦਿਨ ਚੜ੍ਹਦਾ ਅਗਲੇ ਦਿਨ ਸਵੇਰੇ ਸਵਖਤੇ ਚਾਲੇ ਪਾ ਕੇ ਟੁਰ ਪੈਂਦੇ ਹਨ। ਪ੍ਰਾਪਤ ਭਏ ਬਿਲੋਕਤ ਦੇਸ਼,
ਬੋਲਤ ਜੈ ਜੈਕਾਰ ਅਸ਼ੇਸ਼। ਤੇ ਰਸਤੇ ਵਿੱਚ ਅਨੇਕਾਂ ਦੇਸ਼ ਨਗਰ ਆਉਂਦੇ ਤੇ ਉੱਥੇ ਹਰ ਥਾਂ ਤੇ ਸਤਿਗੁਰਾਂ ਦੀ ਜੈ ਜੈਕਾਰ ਹੀ ਹੋ ਰਹੀ ਹੈ। ਜਿਹੜੇ ਲੋਕ ਜਾਂਦਿਆਂ ਨਾਲ ਰਲੇ ਸੀ, ਜਿੱਥੇ ਜਿੱਥੇ ਕਿਸੇ ਦਾ ਪਿੰਡ ਨਗਰ ਆਉਂਦਾ ਉੱਥੇ ਮਹਾਰਾਜ ਜੀ ਨੂੰ ਨਮਸਕਾਰ ਕਰਦਿਆਂ ਜੈ ਜੈਕਾਰ ਕਰਕੇ ਆਪੋ ਆਪਣੇ ਘਰਾਂ ਨੂੰ ਲੋਕ ਵਾਪਸ ਮੁੜ ਰਹੇ ਨੇ। ਜਮਨਾ ਉਲੰਘੇ ਦੇਸ਼ ਅਗਾਰੇ ਪੁਨ ਆਏ ਸਤਰੁ ਕਿਨਾਰੇ। ਮਹਾਰਾਜ ਜੀ ਨੇ ਜਮਨਾ ਪਾਰ ਕੀਤੀ। ਜਮਨਾ ਪਾਰ ਕਰਕੇ ਸਤਿਗੁਰੂ ਜੀ ਸਤਲੁਜ ਦਰਿਆ ਦੇ ਕੰਢੇ ਦੇ ਨੇੜੇ ਆ ਪਹੁੰਚੇ ਹਨ। ਛੱਡੇ ਤਰੀ ਪਰ ਹੋਏ ਪਾਰ ਦੇਸ਼ ਦੁਆਬੇ ਕੇਰ ਮਜਾ। ਸਤਲੁਜ ਦਰਿਆ ਪਾਰ ਕੀਤਾ ਬੇੜਿਆਂ ਤੇ ਸਵਾਰ ਹੋ ਕੇ ਤੇ ਦੁਆਬੇ ਦਾ ਜਿਹੜਾ ਇਲਾਕਾ ਬਿਆਸ ਤੇ ਸਤਲੁਜ ਦੇ ਵਿਚਕਾਰਲੀ ਜਿਹੜੀ ਜਗ੍ਹਾ ਹੈ, ਫਿਰ ਦੁਆਬੇ ਨੂੰ ਮਹਾਰਾਜ ਜੀ ਨੇ ਪਵਿੱਤਰ ਕੀਤਾ ਹੈ। ਦੁਆਬੇ ਦਾ ਬਹੁਤ ਸਾਰਾ ਦੇਸ਼ ਆਪਣੇ ਚਰਨ ਪਾ ਕੇ ਪਵਿੱਤਰ ਕਰਦਿਆਂ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ ਹੈ। ਸਨੈ ਸਨੈ ਉਲੰਘਿਓ ਜਬ ਸਾਰੋ ਤੀਰ ਬਿਪਾਸਾ ਆਨ ਨਿਆਰੋ। ਸਨੇ ਸਨੇ ਸਾਰਾ ਪੈਂਡਾ ਤੈਅ ਕਰਦਿਆਂ ਕਰਦਿਆਂ ਗਰੀਬ ਨਵਾਜ ਪਾਤਸ਼ਾਹ ਬਿਆਸ ਦਰਿਆ ਦਾ ਰਮਣੀਕ ਕੰਢਾ, ਜਿੱਥੇ ਪਾਰਲੇ ਪਾਸੇ ਸਤਿਗੁਰਾਂ ਦੀ ਸੁੰਦਰ ਨਗਰੀ ਹੈ, ਉੱਥੇ ਬਿਆਸ ਦਰਿਆ ਦੇ ਕੰਢੇ ਦੇ ਨੇੜੇ ਆਣ ਉਤਰੇ ਹਨ। ਗੋਇੰਦਵਾਲ ਜਬੈ ਸੁਧ ਆਏ ਰਾਮਦਾਸ ਲੈ ਨਰ ਸਮਦਾਈ। ਇੱਧਰ ਜਦੋਂ ਗੋਇੰਦਵਾਲ ਸਾਹਿਬ ਖਬਰ ਪਹੁੰਚੀ ਵੀ ਗੁਰੂ ਸਾਹਿਬ ਆ ਗਏ ਨੇ ਵਾਪਸ, ਤੇ ਸੁਣਦਿਆਂ ਸਾਰ ਗੋਇੰਦਵਾਲ ਸਾਹਿਬ ਦੇ ਬਸ਼ਿੰਦੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਤ ਚਾਉ ਚੜ ਗਿਆ ਸਾਰਿਆਂ ਨੂੰ। ਸਭ ਮਹਾਰਾਜ ਜੀ ਨੂੰ ਜਿਉ ਆਇਆ ਕਹਿਣ ਵਾਸਤੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਵਾਗਤ ਕਰਨ ਵਾਸਤੇ ਉਤਸ਼ਾਹ ਸਹਿਤ ਅੱਗੇ ਆ ਕੇ ਮਿਲੇ ਹਨ। ਯੁਤੀ ਉਤਸ਼ਾਹ ਅਗਾਰੀ ਚਾਲੇ ਪਠੈ ਸ਼ਬਦ ਕਰ ਪ੍ਰੇਮ ਵਿਸਾਲੇ। ਬੜੇ ਉਤਸ਼ਾਹ ਨਾਲ ਅੱਗੇ ਆਏ ਤੇ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਪੜ੍ਹਦਿਆਂ ਆ ਰਹੇ ਨੇ, ਜਿਨ੍ਹਾਂ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦਾ ਭਾਵ ਹੋਵੇ। ਉਹ ਦਰਸ਼ਨਾਂ ਦੀ ਟੇਕ ਲੈ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਚਾਉ ਆਪਣੇ ਹਿਰਦੇ 'ਚ ਰੱਖ ਕੇ ਗੁਰਬਾਣੀ ਦੇ ਪਾਵਨ ਸ਼ਬਦਾਂ ਦਾ ਕੀਰਤਨ ਕਰਦਿਆਂ ਹੋਇਆਂ ਗੋਇੰਦਵਾਲ ਸਾਹਿਬ ਤੋਂ ਸੰਗਤ ਨਿਕਲ ਕੇ ਬਾਹਰ ਆ ਕੇ ਮਿਲੀ ਹੈ। ਦਰਸ਼ਨ ਕਰੇ ਜਾਏ ਸੁਖ ਰਾਸੀ ਧਨੈ ਕੋਰ ਚਰਨ ਕੇ ਪਾਸੇ। ਸਤਿਗੁਰੂ ਜੀ ਦੇ ਆ ਕੇ ਦਰਸ਼ਨ ਕੀਤੇ। ਮਹਾਰਾਜ ਜੀ ਦੇ ਚਰਨਾਂ ਵਿੱਚ ਅਨੇਕ ਪ੍ਰਕਾਰ ਦੀਆਂ ਸੋਹਣੀਆਂ ਭਟਾਵਾਂ ਉਹ ਲਿਆ ਕੇ ਭੇਟ ਕਰਕੇ ਮਿਲਦੇ ਹਨ। ਸਭ ਕੀ ਕੁਸ਼ਲ ਬੂਝ ਸਤਕਾਰੇ ਰਾਮਦਾਸ ਤੋਂ ਬਾਕੀ ਉਚਾਰੇ। ਸਾਰੇ ਸਿੱਖਾਂ ਦੀ ਕੁਸ਼ਲ ਪ੍ਰਸੰਨਤਾ ਸਤਿਗੁਰੂ ਜੀ ਪੁੱਛਦੇ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਮਹਾਰਾਜ ਜੀ ਪੁੱਛਦੇ ਨੇ, ਤੁਮ ਕੋ ਗਏ ਸੌਂਪ ਸਭ ਕਾਰੀ ਕੁਸ਼ਲ ਸੰਗ ਸੋ ਭਲੇ ਸੰਭਾਰੀ। ਮਹਾਰਾਜ ਜੀ ਕਹਿੰਦੇ, ਹਾਂ ਸ਼੍ਰੀ ਰਾਮਦਾਸ ਜੀ, ਗੁਰੂ ਘਰ ਦੀ ਸਾਰੇ ਜ਼ਿੰਮੇਵਾਰੀ ਅਸੀਂ ਤੁਹਾਨੂੰ ਸੌਂਪ ਗਏ ਸੀ। ਦੱਸੋ ਸਾਰਾ ਗੁਰੂ ਘਰ ਦਾ ਪ੍ਰਬੰਧ ਠੀਕ ਚੱਲਦਾ ਰਿਹਾ? ਕੁਸ਼ਲ ਪ੍ਰਸੰਨਤਾ, ਕਿਸੇ ਪ੍ਰਕਾਰ ਦੀ ਕੋਈ ਦਿੱਕਤ ਤਾਂ ਨਹੀਂ ਆਈ? ਏਦਾਂ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਸਾਹਿਬ ਨੂੰ ਪੁੱਛਦੇ ਨੇ। ਆਨੰਦ ਸਮੇਤ ਅਪਰ ਸਭ ਐ ਗੋਇੰਦਵਾਲ ਵਿਖੇ ਜੇ ਰਹਿ। ਜਿਹੜੇ ਬਾਕੀ ਸਾਰੇ ਸਾਡੇ ਸੰਗੀ ਗੋਇੰਦਵਾਲ ਸਾਹਿਬ 'ਚ ਰਹਿੰਦੇ ਨੇ, ਆਨੰਦ ਨਾਲ ਨੇ, ਕਿਸੇ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਸਾਡੇ ਪਿੱਛੋਂ? ਏਦਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪੁੱਛਦੇ ਨੇ। ਹੱਥ ਜੋੜ ਕਰ ਸਕਲ ਬਤਾਈ ਪ੍ਰਭ ਤੁਮਨੇ ਸਭ ਸੁਖ ਵਰਤਾਈ। ਹੱਥ ਜੋੜ ਕੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਹੇ ਪਾਤਸ਼ਾਹ, ਆਪ ਜੀ ਦੀ ਦਇਆ ਨਾਲ ਸਾਰੇ ਸੁੱਖ ਹੀ ਵਰਤ ਰਹੇ ਨੇ। ਤੁਹਾਡੀ ਦਇਆ ਪਾਤਸ਼ਾਹ ਨਗਰ ਗੋਇੰਦਵਾਲ ਸਾਹਿਬ ਤੇ ਸਰਵ ਪ੍ਰਕਾਰ ਦੇ ਸੁੱਖ ਹਨ। ਜੇ ਤਕ ਜਿਸ ਤੇ ਕਾਰ ਕਰਾਈ ਤੇ ਤਕ ਭਈ ਕੁਸ਼ਲ ਸਮਦਾਈ। ਜਿੰਨੀ ਸੇਵਾ ਕਿਸੇ ਕੋਲੋਂ ਤੁਸੀਂ ਕਰਾਈ ਹੈ ਸਾਰੇ ਕਰਦੇ ਰਹੇ ਨੇ, ਕਿਸੇ ਦੇ ਹੱਥ ਵੱਸ ਕੁਝ ਨਹੀਂ। ਜਿੰਨੀ ਸੇਵਾ ਕਿਸੇ ਕੋਲੋਂ ਤੁਸੀਂ ਕਰਾਈ ਓਨੀ ਸੇਵਾ ਸਾਰੇ ਸਿੱਖ ਕਰਦੇ ਰਹੇ ਨੇ। ਇਮ ਮਿਲ ਸਕਲ ਨਰਨ ਕੇ ਸਾਥ ਉਤਰੇ ਪਾਰ ਵਿਪਾਸਾ ਨਾ। ਸਾਰਿਆਂ ਨੂੰ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਆਸ ਦਰਿਆ ਪਾਰ ਕੀਤਾ ਤੇ ਪਾਰਲੇ ਪਾਸੇ ਆਪਣੇ ਨਗਰ ਗੋਇੰਦਵਾਲ ਸਾਹਿਬ 'ਚ ਉਤਰੇ ਹਨ। ਪੁਰ ਮੈਂ ਪ੍ਰਵਿਸ਼ੇ ਮੰਗਲ ਕਰਤੇ ਦਰਸੈ ਤ੍ਰਿਆ ਨਰ ਹਰ ਕੁਛ ਧਰਤੇ। ਜਦੋਂ ਨਗਰ 'ਚ ਸਾਹਿਬਾਂ ਪ੍ਰਵੇਸ਼ ਕੀਤਾ, ਬੜੀ ਕੁਸ਼ਲ ਪ੍ਰਸੰਨਤਾ ਸਾਰੇ ਨਗਰ ਦੇ ਵਿੱਚ, ਬੜਾ ਖੇੜਾ, ਬੜਾ ਹੀ ਆਨੰਦ ਵਰਤ ਰਿਹਾ ਹੈ। ਆਏ ਬਿਰਾਜੇ ਆਪਨ ਸਥਾਨ
ਮੰਗਲ ਹੋਤ ਅਨੇਕ ਵਿਧਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਬਿਰਾਜੇ ਨੇ, ਅਨੇਕ ਪ੍ਰਕਾਰ ਦੇ ਮੰਗਲ ਹੋ ਰਹੇ ਨੇ, ਖੁਸ਼ੀਆਂ ਹੋ ਰਹੀਆਂ ਹਨ। ਜੋ ਗ੍ਰਾਮਨ ਕੇ ਸੰਗੀ ਉੱਤੇ ਕਰ ਬੰਧਨ ਕਰ ਗਮਨੇ ਤਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਹੋਰ ਪਿੰਡਾਂ ਦੇ ਸੰਗੀ ਸਨ, ਉਹ ਸਭ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਔਰ ਵਿਦਾ ਲੈ ਕੇ ਆਪਣੇ ਘਰਾਂ ਨੂੰ ਮੁੜੇ ਨੇ। ਸੋ ਜਸ ਕਰਤ ਬਹੁ ਸਤਿਗੁਰ ਕੇਰਾ, ਫੈਲਿਓ ਦੇਸ਼ ਵਿਦੇਸ਼ ਬਡੇਰਾ। ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰਾਂ ਦਾ ਸੁਜਸ ਫੈਲਿਆ, ਜਿੱਥੇ ਜਾਂਦੇ ਨੇ ਸਿੱਖ ਗੁਰੂ ਸਾਹਿਬ ਦੀ ਉਪਮਾ ਕਰਦੇ ਜਾਂਦੇ ਨੇ। ਕਰਤ ਅਨਿਕ ਜੀਵਨ ਕਲਿਆਣ, ਦਿਓਸ ਬਿਤਾਵੇਂ ਗੁਰ ਇਹ ਤਾਂ ਭਗਵਾਨ। ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਗੋਇੰਦਵਾਲ ਸਾਹਿਬ ਚ ਸਤਿਗੁਰੂ ਜੀ ਦਿਨ ਬਤੀਤ ਕਰ ਰਹੇ ਨੇ। ਦੋਹੇਰਾ ਪ੍ਰਥਮ ਰੀਤ ਨਿਤ ਚਲਤ ਤਿਮ, ਦੇਗ ਕਰਨ ਤੇ ਆਦ। ਜਿਹੜੀ ਮਰਿਆਦਾ ਗੁਰੂ ਘਰ ਚ ਪਹਿਲਾਂ ਚੱਲਦੀ ਸੀ ਉਸੇ ਤਰ੍ਹਾਂ ਚੱਲ ਰਹੀ, ਉਸੇ ਤਰ੍ਹਾਂ ਲੰਗਰ ਪੱਕਦੇ ਹਨ। ਸਿੱਖ ਸੈਂਕੜੇ ਸਿੱਖ ਸੈਂਕੜੇ ਹੋਤ ਹੈ ਪ੍ਰਾਤਵ ਧਰਮ ਪਰਮ ਪ੍ਰਸਾਦ। ਸੈਂਕੜੇ ਸਿੱਖ ਆ ਕੇ ਸਤਿਗੁਰਾਂ ਦੇ ਲੰਗਰਾਂ ਵਿੱਚ ਲੰਗਰ ਛਕਦੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਕਿਰਪਾ ਦੇ ਪਾਤਰ ਬਣ ਕੇ ਗੁਰੂ ਦਰਸ਼ਨ ਕਰਦੇ ਹਨ। ਧੰਨ ਗੁਰੂ ਅਮਰਦਾਸ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਿੱਤ ਵਿੱਚ ਹੋਰ ਇੱਕ ਸੰਕਲਪ ਉੱਠਿਆ ਹੈ। ਉਸ ਸੰਕਲਪ ਦੀ ਪੂਰਤੀ ਗਰੀਬ ਨਵਾਜ ਪਾਤਸ਼ਾਹ ਜੀ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਪ੍ਰਕਰਣਾਂ 'ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਵਿੱਤਰ ਪਾਵਨ ਸੁਜਸ ਮਹਿਮਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ